ਬਾਈਬਲ ਦਾ ਇੱਕ ਵਚਨ ਪੜਾਂਗੇ ਅਸੀਂ। ਯਹੂਨਾ ਦੀ ਅੰਜੀਲ ਉਹਦਾ 6 ਅਧਿਆਇ ਉਹਦੀ 68 ਆਇਤ। ਜੌਨ ਚੈप्टर 6 वर्स 68। इस पर उसके चेलों में से बहुतेरे उठे, फिर गए, उसके बाद उसके साथ ना चले। नो यूहन्ना 6 ਦੀ 68 68। शमौन पतरस ने उसਨੂੰ आख्या, प्रभु ਅਸੀਂ ਕਿਸ ਕੋਲ ਜਾਈਏ? ਹਾਂਜੀ, ਤੇਰੇ ਕੋਲ ਸ਼ਬਦ ਹਨ ਜੋ ਸਦੀਵੀ ਜੀਵਨ ਦਿੰਦੇ ਹਨ। ਹਾਲੇਲੂਇਆ। हालेलुया। ਦੂਸਰੇ ਕੋਈ ਤਰਜਮੇ ਚ ਪੜਾਂਗੇ ਅਸੀਂ। ਸ਼ਮੌਨ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਸਦੀਵਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। हालेलुया। हिंदी में लिखा, शमौन पतरस ने उससे उत्तर दिया कि हे प्रभु, हम किसके पास जाएं? अनंत जीवन की बातें, हमेशा की ज़िंदगी की बातें तो तेरे पास है। हालेलुया। सो ਅਸੀਂ ਦੇਖਦੇ ਹਾਂ ਵਚਨ ਦੇ ਵਿੱਚੋਂ ਧਿਆਨ ਕਰਾਂਗੇ, ਫਿਰ ਦੁਨੀਆ ਵਿੱਚ ਜਾਵਾਂਗੇ ਔਰ ਦੇਖਾਂਗੇ ਕਿ ਇਸ ਸੰਸਾਰ ਦੇ ਵਿੱਚ ਮਸੀਹ ਨਾਲ ਚੱਲਣ ਵਾਲੇ ਇਸ ਦੁਨੀਆ ਵਿੱਚ ਦੋ ਤਰੀਕੇ ਦੇ ਲੋਕ ਪਾਏ ਜਾਂਦੇ ਆ। ਮਸੀਹ ਦੇ ਵਿੱਚ ਚੱਲਣ ਵਾਲੇ ਇਸ ਦੁਨੀਆ ਵਿੱਚ ਦੋ ਤਰੀਕੇ ਦੇ ਲੋਕ ਪਾਏ ਜਾਂਦੇ ਆ। ਇੱਕ ਉਹ ਆ ਜਿਹੜੇ ਅਨੰਤ ਜੀਵਨ ਦੀ ਆਸ ਰੱਖਦੇ ਹੋਏ ਆਪਣਾ ਜੀਵਨ ਯਿਸੂ ਮਸੀਹ ਨੂੰ ਦਿੰਦੇ ਆ। ਕਾਹਦੇ ਲਈ ਦਿੰਦੇ ਆ ਉਹ ਜੀਵਨ? ਕਿ ਉਹਨਾਂ ਦੀ ਆਸ ਇਹ ਆ ਕਿ ਅਗਰ ਅਸੀਂ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਦੇਵਾਂਗੇ ਤੇ ਅਸੀਂ ਉਸ ਅਨੰਤ ਜੀਵਨ ਨੂੰ, ਜਿਹਦਾ ਵਾਅਦਾ ਵਚਨ ਦੇ ਵਿੱਚ ਯਹੂਨਾ ਦੀ ਅੰਜੀਲ ਉਹਦਾ 3 ਅਧਿਆਇ ਉਹਦੀ 16 ਵਿੱਚ ਕੀਤਾ ਗਿਆ ਕਿ ਪਰਮੇਸ਼ਵਰ ਨੇ ਦੁਨੀਆ ਦੇ ਨਾਲ ਐਸੀ ਮੁਹੱਬਤ ਕੀਤੀ। ਪਰਮੇਸ਼ਵਰ ਨੇ ਦੁਨੀਆ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਕਾਹਦੇ ਲਈ ਦਿੱਤਾ? ਅੱਗੇ ਲਿਖਿਆ, ਤਾਂ ਕਿ ਜਿਹੜਾ ਕੋਈ ਉਹਦੇ ਉੱਤੇ ਵਿਸ਼ਵਾਸ ਕਰੇ, ਜਿਹੜਾ ਕੋਈ ਉਹਦੇ ਉੱਤੇ ਈਮਾਨ ਲਿਆਵੇ, ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਹਾਲੇਲੂਇਆ। ਸੋ ਅਸੀਂ ਕਈ ਵਾਰੀ ਸਿੱਖਿਆ ਹੈ ਕਿ ਇੱਥੇ ਜਿਹੜਾ ਸਭ ਤੋਂ ਉੱਤਮ ਸ਼ਬਦ ਸਾਡੇ ਸਾਹਮਣੇ ਆਉਂਦਾ ਆ ਉਹ ਇਹ ਆ ਕਿ ਪਰਮੇਸ਼ਵਰ ਨੇ ਦੁਨੀਆ ਦੇ ਨਾਲ ਮੁਹੱਬਤ ਕੀਤੀ। ਕਿਹਦੇ ਨਾਲ ਜੀ? ਇੱਥੇ ਕਿਸੇ ਮਜ਼ਹਬ ਦੀ ਗੱਲ ਨਹੀਂ ਹੈ, ਕਿਸੇ ਜਾਤੀ ਵਿਸ਼ੇਸ਼ ਧਰਮ ਦੀ ਗੱਲ ਨਹੀਂ ਹੈ। ਇੱਥੇ ਇਹ ਨਹੀਂ ਲਿਖਿਆ ਗਿਆ ਕਿ ਪਰਮੇਸ਼ਵਰ ਨੇ ਮਸੀਹੀ ਲੋਕਾਂ ਦੇ ਨਾਲ ਮੁਹੱਬਤ ਕੀਤੀ ਜਾਂ ਪਰਮੇਸ਼ਵਰ ਨੇ ਯਹੂਦੀਆਂ ਦੇ ਨਾਲ ਮੁਹੱਬਤ ਕੀਤੀ, ਬਲਕਿ ਸਾਰੀ ਮਨੁੱਖ ਜਾਤੀ ਦੀ ਗੱਲ ਆਉਂਦੀ ਹੈ। ਸੋ ਪਰਮੇਸ਼ਵਰ ਨੇ ਪੂਰੀ ਮਨੁੱਖ ਜਾਤੀ ਦੇ ਨਾਲ ਮੁਹੱਬਤ ਕੀਤੀ। ਪਰਮੇਸ਼ਵਰ ਦੀ ਇਹ ਮੁਹੱਬਤ ਸਾਰੀ ਮਨੁੱਖ ਜਾਤੀ ਦੇ ਨਾਲ ਇਸ ਲਈ ਆ ਕਿਉਂਕਿ ਉਹ ਉਹਦਾ ਕਰਤਾ ਆ, ਉਹਦਾ ਸਿਰਜਣਹਾਰ ਆ। ਹਾਲੇਲੂਇਆ। ਸੋ ਜਦੋਂ ਉਹਦੇ ਬਣਾਏ ਹੋਏ ਆ, ਭਾਵੇਂ ਕੋਈ ਗੋਰਾ ਹੋਵੇ ਤੇ ਭਾਵੇਂ ਕੋਈ ਕਾਲਾ ਹੋਵੇ, ਭਾਵੇਂ ਦੁਨੀਆ ਦੇ ਲਿਹਾਜ਼ ਨਾਲ ਜਿਵੇਂ ਲੋਕਾਂ ਨੇ ਜਾਤੀਆਂ ਵਿੱਚ ਵੰਡ ਦਿੱਤਾ ਕੰਮਾਂ ਦੇ ਲਿਹਾਜ਼ਾਂ ਦੇ ਨਾਲ, ਕੋਈ ਊਚ ਹੋਵੇ ਤੇ ਭਾਵੇਂ ਕੋਈ ਨੀਚ ਹੋਵੇ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਰੰਕ ਹੋਵੇ, ਭਾਵੇਂ ਕੋਈ ਬਹੁਤ ਅਮੀਰ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ, ਹਰੇਕ ਦਾ ਸਿਰਜਣਹਾਰ ਇੱਕੋ ਇੱਕ ਪਰਮੇਸ਼ਵਰ ਆ ਔਰ ਆਪਣੀ ਸਿਰਜੀ ਹੋਈ ਹਰ ਚੀਜ਼ ਦੇ ਨਾਲ ਹਰ ਇੱਕ ਜਨ ਮੁਹੱਬਤ ਕਰਦਾ ਹੈ। ਹਾਲੇਲੂਇਆ। ਤੁਸੀਂ ਮੁਹੱਬਤ ਦੇ ਨਾਲ ਇਸ ਘਰ ਨੂੰ ਬਣਾਇਆ, ਤੁਹਾਡਾ ਪਿਆਰ ਇਸ ਘਰ ਦੇ ਨਾਲ ਆ। ਤੁਸੀਂ ਇਸ ਘਰ 'ਚ ਕੋਈ ਜਾਨਵਰ ਨੂੰ ਲਿਆ ਕੇ ਪਾ ਲਓ, ਤੁਹਾਡੀ ਮੁਹੱਬਤ ਉਹਦੇ ਨਾਲ ਆਟੋਮੈਟਿਕ ਹੀ ਹੋ ਜਾਂਦੀ ਹੈ। ਈਵਨ ਇੱਥੋਂ ਤੱਕ ਕਿ ਕਈ ਘਰ 'ਚ ਬੂਟਾ ਲਾਉਂਦੇ ਆ ਅਤੇ ਬੂਟੇ ਨੂੰ ਬੜੀ ਪਿਆਰ ਕਰਦੇ ਆ, ਉਹਨੂੰ ਰੋਜ਼ ਉਹਦੇ ਆਲੇ ਦੁਆਲੇ ਉਹਦੇ ਘਾਹ ਘੂਹ ਕੱਢਦੇ ਆ, ਉਹਨੂੰ ਪਾਣੀ ਦਿੰਦੇ ਆ, ਉਹਦੀ ਪੂਰੀ ਦੇਖ ਰੇਖ ਕਰਦੇ ਆ। ਕਿਉਂਕਿ ਉਹ ਸਮਝਦੇ ਆ ਵੀ ਅਸੀਂ ਇਹਨੂੰ ਲਾਇਆ ਆ ਅਤੇ ਸਾਡੀ ਇਹਦੇ ਨਾਲ ਮੁਹੱਬਤ ਆ, ਸਾਡਾ ਇਹਦੇ ਲਈ ਫਰਜ਼ ਆ। ਉਸੇ ਤਰ੍ਹਾਂ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਇਸ ਪੂਰੀ ਦੁਨੀਆ ਨੂੰ ਬਣਾਇਆ। ਹਾਲੇਲੂਇਆ। ਕਿਸੇ ਇੱਕ ਮਜ਼ਹਬ, ਕਿਸੇ ਇੱਕ ਜਾਤੀ ਨੂੰ ਨਹੀਂ, ਬਲਕਿ ਪਰਮੇਸ਼ਵਰ ਨੇ ਤੇ ਇੱਕ ਔਰਤ ਤੇ ਇੱਕ ਮਰਦ ਬਣਾਇਆ ਸੀ।
खुदा ने की बनाया, एक औरत ते एक मर्द बनाया। ਉਹਦੇ ਤੋਂ ਅੱਗਿਓਂ ਔਲਾਦ ਪੈਦਾ ਹੋਈ, ਸੰਸਾਰ ਵੱਧਦਾ ਗਿਆ। ਉਹਦੇ ਵਿੱਚ ਫਿਰ ਇਨਸਾਨਾਂ ਨੇ ਆਪਣੀਆਂ ਬੁੱਧ, ਆਪਣੀ ਅਕਲ, ਪਾਪ ਦਾ ਰਾਜ ਹੋਣ ਦਾ ਕਰਕੇ, ਪਾਪੀ ਸੁਭਾਅ ਹੋਣ ਦਾ ਕਰਕੇ, ਪਾਪ ਦੇ ਵਿੱਚ ਜੀਵਨ ਹੋਣ ਦਾ ਕਰਕੇ, ਇਹ ਪਾਪੀ ਮਨੁੱਖ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਸਿਸਟਮਾਂ ਨੂੰ ਪੇਸ਼ ਕੀਤਾ। ਉਹਦੇ ਵਿੱਚ ਇਹਨਾਂ ਨੇ ਜਾਤੀ ਵਿਵਸਥਾ ਨੂੰ ਬਣਾਇਆ, ਉਹਦੇ ਵਿੱਚ ਊਚ ਨੀਚਤਾ ਨੂੰ ਬਣਾਇਆ, ਉਹਦੇ ਵਿੱਚ ਵੱਡੇ ਛੋਟਿਆਂ ਨੂੰ ਬਣਾਇਆ, ਅਤੇ ਉਸ ਤਰ੍ਹਾਂ ਇਹਨਾਂ ਸਾਰੇ ਸਿਸਟਮ ਨੂੰ ਬਣਾਇਆ। ਇਸ ਲਈ ਬਣਾਇਆ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਤੇ ਰਾਜ ਕਰ ਸਕੇ, ਇੱਕ ਵੱਡਾ ਅਤੇ ਇੱਕ ਛੋਟਾ ਬਣ ਸਕੇ। ਲੇਕਿਨ ਪਰਮੇਸ਼ਵਰ ਦੇ ਵਚਨ 'ਚ ਲਿਖਿਆ, ਜਦੋਂ ਉਹ ਸੂਰਜ ਨੂੰ ਹੁਕਮ ਦਿੰਦਾ ਆ ਕਿ ਉਹ ਚੜ੍ਹੇ, ਅਤੇ ਸੂਰਜ ਚੜ੍ਹਦੇ ਵੇਲੇ ਇਹ ਨਹੀਂ ਦੇਖਦਾ ਕਿ ਮੈਂ ਅਮੀਰ ਦੇ ਉੱਤੇ ਚੜ੍ਹਨਾ ਹੈ ਕਿ ਗਰੀਬ ਦੇ ਉੱਤੇ, ਮੈਂ ਆਪਣੀ ਰੌਸ਼ਨੀ ਊਚ ਜਾਤ ਨੂੰ ਦੇਣੀ ਹੈ ਕਿ ਨੀਚ ਜਾਤ ਨੂੰ। ਪਰਮੇਸ਼ਵਰ ਵਰਖਾ ਕਰਦਾ ਹੈ ਅਤੇ ਉਹ ਭੇਦਭਾਵ ਨਹੀਂ ਰੱਖਦਾ ਵੀ ਆਹ ਛੋਟੀ ਜਾਤ ਦੇ ਬੰਦੇ ਦਾ ਖੇਤ ਆ ਅਤੇ ਆਹ ਵੱਡੀ ਜਾਤੀ ਦੇ ਬੰਦੇ ਦਾ ਖੇਤ ਆ, ਮੈਂ ਇੱਥੇ ਮੀਂਹ ਭਰਾਵਾਂ ਅਤੇ ਇੱਥੇ ਮੈਂ ਨਾ ਭਰਾਂ। ਪਰਮੇਸ਼ਵਰ ਨੇ ਇਸ ਕਾਇਨਾਤ ਨੂੰ ਬਣਾਇਆ ਅਤੇ ਉਹਦੇ ਵਿੱਚ ਉਹਨੇ ਸਾਡਾ ਸਾਹ ਲੈਣ ਦੇ ਲਈ ਆਕਸੀਜਨ ਬਣਾਈ, ਉਹ ਫਰੀ ਦੇ ਵਿੱਚ ਉਹਨੇ ਸਾਰਿਆਂ ਨੂੰ ਦਿੱਤੀ। ਉਹ ਆਕਸੀਜਨ ਇੱਕ ਅਮੀਰ ਨੂੰ ਵੀ ਓਨੀ ਮਿਲਦੀ ਹੈ ਅਤੇ ਇੱਕ ਗਰੀਬ ਨੂੰ ਵੀ, ਉਹ ਇੱਕ ਵੱਡੀ ਜਾਤ ਨੂੰ ਵੀ ਓਨੀ ਮਿਲਦੀ ਹੈ ਅਤੇ ਇੱਕ ਛੋਟੀ ਜਾਤ ਨੂੰ ਵੀ ਓਨੀ, ਉਹ ਗੁਰਦੁਆਰੇ ਵਿੱਚ ਸਜਦਾ ਕਰਨ ਵਾਲੇ ਨੂੰ ਵੀ ਓਨੀ ਮਿਲਦੀ ਹੈ ਅਤੇ ਮੰਦਿਰ ਦੇ ਵਿੱਚ ਜਾਣ ਵਾਲੇ ਦੇ ਲਈ ਵੀ ਓਨੀ ਆ, ਉਹ ਮਸੀਤ ਦੇ ਵਿੱਚ ਜਾਣ ਵਾਲੇ ਲਈ ਵੀ ਓਨੀ ਹੈ ਅਤੇ ਉਹ ਚਰਚ ਦੇ ਵਿੱਚ ਜਾਣ ਵਾਲੇ ਦੇ ਲਈ ਵੀ। ਪਰਮੇਸ਼ਵਰ ਨੇ ਭੇਦਭਾਵ ਨਹੀਂ ਰੱਖਿਆ, ਲੇਕਿਨ ਇਹ ਮੰਦਿਰ, ਮਸਜਿਦ, ਗੁਰਦੁਆਰੇ, ਚਰਚਾਂ ਨੂੰ ਚਲਾਉਣ ਵਾਲਿਆਂ ਨੇ ਭੇਦਭਾਵ ਰੱਖ ਦਿੱਤਾ। ਨਹੀਂ, ਗੁਰਦੁਆਰੇ ਦਾ ਖੁਦਾ ਵੱਖਰਾ ਆ, ਮਸਜਿਦ ਦਾ ਖੁਦਾ ਵੱਖਰਾ ਆ, ਮੰਦਿਰ ਦਾ ਖੁਦਾ ਵੱਖਰਾ ਹੈ ਅਤੇ ਚਰਚ ਦਾ ਖੁਦਾ। ਇਹ ਭੇਦਭਾਵ ਕਿਹਨੇ ਪੈਦਾ ਕੀਤਾ? ਇਸ ਇਨਸਾਨ ਨੇ ਪੈਦਾ ਕੀਤਾ। ਇਹ ਮੰਦਿਰ, ਮਸਜਿਦ, ਗੁਰਦੁਆਰੇ, ਚਰਚਾਂ ਨੂੰ ਬਣਾਉਣ ਦਾ ਹੁਕਮ ਖੁਦਾ ਵੱਲੋਂ ਨਹੀਂ ਹੈ। ਇਹ ਕਿਹਨੇ ਬਣਾਏ? ਇਹ ਇੱਕ ਮਨੁੱਖ ਨੇ ਬਣਾਏ। ਇਹਨਾਂ ਨੂੰ ਮੈਂ ਇਸੇ ਕਰਕੇ ਕਹਿੰਦਾ ਨਾ ਵੀ ਇਹ ਕੋਈ ਧਾਰਮਿਕ ਸਥਾਨ ਨਹੀਂ ਬਲਕਿ ਦੁਕਾਨਾਂ ਆ। ਕੀ ਹੈ ਭਲਾ? ਇਹ ਦੁਕਾਨਾਂ, ਇਹ ਦੁਕਾਨਦਾਰੀ ਆ। ਹਰੇਕ ਕੋਈ ਕਹਿੰਦਾ ਮੇਰਾ ਸੌਦਾ ਸੱਚਾ ਆ, ਹਰੇਕ ਕੋਈ ਕਹਿੰਦਾ ਮੇਰਾ ਸੌਦਾ ਵਧੀਆ, ਹਰੇਕ ਕੋਈ ਕਹਿੰਦਾ ਮੇਰਾ ਸੌਦਾ ਠੀਕ ਹੈ। ਲੇਕਿਨ ਰੱਬ ਨੇ ਬੁੱਧ ਦਿੰਦਿਆਂ ਵਕਤ ਵੀ ਲਿਹਾਜ਼ ਨਹੀਂ ਕੀਤਾ, ਤਾਂ ਉਹਨੇ ਸਾਰਿਆਂ ਨੂੰ ਬੁੱਧ ਵੀ ਕਿੱਦਾਂ ਦੀ ਦਿੱਤੀ ਭਲਾ? ਬੁੱਧ ਦਾ ਪੁਰਜਾ ਓਡਾ ਹੀ ਆ ਹਰੇਕ ਦੇ ਵਿੱਚ। ਉਹਨੂੰ ਕਿਹੜਾ ਇਸਤੇਮਾਲ ਕਰਦਾ ਹੈ ਡਿਪੈਂਡ ਉਹਦੇ ਉੱਤੇ। ਸਮਝ ਉਹਨੇ ਪੂਰੀ ਤੋਲ ਕੇ ਸਾਰਿਆਂ ਨੂੰ ਕੀ ਦਿੱਤੀ ਹੈ ਭਲਾ? ਬਰਾਬਰ ਦਿੱਤੀ ਆ। ਉਹਨੂੰ ਸਮਝ ਨੂੰ ਇਸਤੇਮਾਲ ਕੌਣ ਕਰਦਾ ਹੈ? ਉਹ ਇੱਕ ਨੂੰ ਵਿਚਾਰੇ ਸਾਰੀ ਜ਼ਿੰਦਗੀ ਊੜਾ ਐੜਾ ਨਹੀਂ ਪੜ੍ਹਨਾ ਆਉਂਦਾ, ਇੱਕ 50 ਭਾਸ਼ਾ ਸਿੱਖ ਲੈਂਦਾ ਆ। ਇੱਕ ਦੇ ਕੋਲ ਇੱਕ ਕਲਾਸ ਹੀ ਬੜੀ ਮੁਸ਼ਕਿਲ ਦੇ ਨਾਲ ਪਾਸ ਹੁੰਦੀ ਹੈ ਅਤੇ ਇੱਕ 16 ਕਲਾਸਾਂ ਪਾਸ ਕਰ ਜਾਂਦਾ ਹੈ। ਇੱਕ ਦੇ ਕੋਲ 10ਵੀਂ ਕਲਾਸ ਤੱਕ ਪਹੁੰਚਣਾ ਔਖਾ ਹੁੰਦਾ, ਇੱਕ ਗਾਂ ਪੜ੍ਹ ਕੇ PhDਆਂ ਵੀ ਕਰ ਜਾਂਦਾ ਆ, ਡਿਗਰੀਆਂ ਨੂੰ ਹਾਸਲ ਕਰ ਜਾਂਦਾ ਆ। ਜਿੰਨਾ ਜਿਹੜਾ ਉਹਦੀ ਦਿੱਤੀ ਹੋਈ ਬੁੱਧ ਨੂੰ ਇਸਤੇਮਾਲ ਕਰਦਾ, ਓਨਾ ਹੀ ਉਹ ਸੰਸਾਰ ਦੇ ਵਿੱਚ ਉੱਚਾ ਉੱਠਦਾ ਜਾਂਦਾ ਹੈ। ਸੋ ਉਹਨੇ ਭੇਦਭਾਵ ਨਹੀਂ ਰੱਖਿਆ। ਉਹਨੇ ਸਭ ਕੁਝ ਕੀ ਬਣਾਇਆ ਭਲਾ? ਸੇਮ ਸਮਾਨ ਬਣਾਇਆ। ਉਹ ਪਰਮੇਸ਼ਵਰ ਜਿਹਨੇ ਇਸ ਸੰਸਾਰ ਨੂੰ ਬਣਾਇਆ, ਉਹ ਪਰਮੇਸ਼ਵਰ ਜਿਹਨੇ ਇਸ ਸੰਸਾਰ ਦੇ ਨਾਲ ਮੁਹੱਬਤ ਕੀਤੀ, ਉਹਦੀ ਇੱਕੋ ਚਾਹਤ ਆ ਇਹ ਇਨਸਾਨ ਪਾਪ ਦੇ ਉੱਤੇ ਜਿੱਤ ਪਾਵੇ ਅਤੇ ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ ਜਾ ਕੇ ਵਸੇ। ਹਾਲੇਲੂਇਆ। ਉਸ ਜ਼ਿੰਦਗੀ ਵਿੱਚ ਇਹ ਸ਼ਾਮਲ ਹੋ ਸਕੇ, ਇਸ ਕਰਕੇ ਉਹਨੇ ਇਸ ਮਨੁੱਖ ਨੂੰ ਇਹ 70, 80 ਸਾਲ, 90 ਸਾਲ, 100 ਸਾਲ, 120 ਸਾਲ ਦਾ ਜੀਵਨ ਦਿੱਤਾ। ਇਹਦੇ ਵਿੱਚ ਇਹਨੇ ਆਪਣੀ ਧਾਰਮਿਕਤਾ ਨੂੰ ਸਿੱਧ ਕਰਨਾ ਹੈ। ਪਰਮੇਸ਼ਵਰ ਇਹਨੂੰ ਆਪਣੀ ਕਿਰਪਾ ਦੇ ਵਿੱਚ, ਆਪਣੇ ਰਹਿਮ ਦੇ ਵਿੱਚ ਬੁਲਾਉਂਦਾ, ਅਤੇ ਇਹਨੇ ਉਹਦੇ ਰਹਿਮ ਦੀ ਕਦਰ ਕਰਦਿਆਂ ਹੋਇਆਂ ਸਿੱਧ ਕਰਨਾ ਆ ਕਿ ਇਹ ਉਸ ਖਾਲਸ ਰਾਜ ਦਾ ਅਧਿਕਾਰੀ ਬਣਨ ਦੇ ਲਾਇਕ ਹੈ, ਜਿਹੜਾ ਰਾਜ ਪਰਮੇਸ਼ਵਰ ਨੇ ਇਹਦੇ ਲਈ ਬਣਾਇਆ ਆ। ਜਿਹੜਾ ਨਵਾਂ ਧਰਤੀ ਅਤੇ ਨਵਾਂ ਆਕਾਸ਼ ਦੇ ਵਿੱਚ ਇਸ ਇਨਸਾਨ ਨੇ ਜਾਣਾ ਆ, ਉਹਦੇ ਵਿੱਚ ਧਰਮੀ ਹੀ ਜਾਣਗੇ, ਕਿਉਂਕਿ ਪਰਮੇਸ਼ਵਰ ਕੌਣ ਹੈ? ਧਰਮੀ ਹੈ, ਅਤੇ ਪਰਮੇਸ਼ਵਰ ਨਾਲ ਰਹਿਣ ਵਾਲਾ ਵੀ ਧਰਮੀ ਹੋਣਾ ਜ਼ਰੂਰੀ ਆ। ਔਰ ਧਰਮੀ ਉਹ ਹੈ ਜਿਹੜਾ ਪਾਪ ਦੇ ਉੱਤੇ ਜੈ ਪਾਊਗਾ। ਜਿਹੜਾ ਪਾਪ ਦੇ ਅੱਗੇ ਗੋਡੇ ਟੇਕੇਗਾ ਉਹ ਕਦੇ ਧਰਮੀ ਹੋ ਸਕਦਾ। ਜਿਹੜਾ ਪਾਪ ਕਰਕੇ ਫਿਰ ਖੁਸ਼ ਹੁੰਦਾ ਹੈ ਉਹ ਕਦੇ ਧਰਮੀ ਹੋ ਸਕਦਾ ਨਹੀਂ ਹੈ। ਜਿਹੜਾ ਕਿਸੇ ਦੀ ਚੋਰੀ ਚੀਜ਼ ਚੁੱਕ ਕੇ ਖੁਸ਼ ਹੁੰਦਾ ਕਦੇ ਧਰਮੀ ਨਹੀਂ ਹੋ ਸਕਦਾ। ਜਿਹੜਾ ਕਿਸੇ ਦਾ ਹੱਕ ਮਾਰਦਾ ਉਹ ਕਦੇ ਧਰਮੀ ਨਹੀਂ ਹੋ ਸਕਦਾ। ਜਿਹੜਾ ਕਿਸੇ ਦੀ ਜੇਬ ਵੱਲ ਧਿਆਨ ਰੱਖਦਾ ਉਹ ਕਦੇ ਧਰਮੀ ਹੋ ਸਕਦਾ ਨਹੀਂ ਹੈ। ਧਰਮੀ ਉਹ ਹੈ ਜਿਹੜਾ ਆਪਣੀ ਜੇਬ ਦੇ ਵਿੱਚੋਂ ਖਰਚ ਕੇ ਦੂਸਰੇ ਦੇ ਉੱਤੇ ਰਹਿਮ ਕਰੇ। ਸੋ ਅੱਜ ਅਨੰਤ ਜੀਵਨ ਦੇ ਵਿੱਚ ਕਿਵੇਂ ਦਾਖਲ ਹੋਵਾਂਗੇ, ਉਹਦੀਆਂ ਕੁਝ ਉਦਾਹਰਨਾਂ ਜਿਹੜੀਆਂ ਵਚਨ ਦੇ ਵਿੱਚ ਦਿੱਤੀਆਂ ਉਹਨਾਂ ਨੂੰ ਸਿੱਖਾਂਗੇ। ਅਤੇ ਯਾਦ ਰੱਖਣਾ ਹੈ ਕਿ ਇਹ ਜੋ ਕੁਛ ਲਿਖਿਆ ਵਚਨ ਦੇ ਵਿੱਚ, ਜਿਹੜਾ ਇਹਨੂੰ ਪੂਰਾ ਕਰੇਗਾ ਉਹੀ ਉਸ ਅਨੰਤ ਜੀਵਨ ਦਾ, ਉਸ ਖਾਲਸ ਰਾਜ ਦਾ ਅਧਿਕਾਰੀ ਹੋਵੇਗਾ। ਹਾਲੇਲੂਇਆ।
ਸੋ ਇੱਕ ਗੱਲ ਤੇ ਪੱਕੀ ਹੈ ਵੀ ਅਸੀਂ ਜਿਵੇਂ ਸੁਣਿਆ ਕਿ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ। ਇੱਕ ਤੇ ਰੱਬ ਕੋਲ ਇਸ ਲਈ ਆਉਂਦੇ ਆ ਵੀ ਆਹ ਜਿਹੜਾ ਜੀਵਨ ਹੈ ਜਿੰਨਾ ਕੁ ਮਿਲਿਆ ਹੋਇਆ ਇਹ ਕਿਤੇ ਖੁਸ਼ਹਾਲੀ ਨਾ ਨਿਕਲ ਜਾਵੇ। ਕਾਹਦੇ ਲਈ ਆਉਂਦੇ ਭਲਾ? ਵੀ ਇਹ ਜੀਵਨ ਜਿਹੜਾ ਨਾ ਕਿਸੇ ਤਰ੍ਹਾਂ ਖੁਸ਼ਹਾਲੀ ਨਾਲ ਨਿਕਲ ਜਾਵੇ, ਕਿਉਂਕਿ ਕਹਿੰਦੇ ਆ ਵੀ ਅੱਗੇ ਕਿਹਨੇ ਦੇਖਿਆ ਹੈ। ਲੇਕਿਨ ਫਿਰ ਵੀ ਡਰਦਾ ਹੋਇਆ ਜਾਂਦਾ ਜ਼ਰੂਰ ਆ, ਭਾਵੇਂ ਮੰਦਿਰ ਜਾਵੇ, ਭਾਵੇਂ ਮਸਜਿਦ ਜਾਵੇ, ਭਾਵੇਂ ਗੁਰਦੁਆਰੇ ਜਾਵੇ, ਤੇ ਭਾਵੇਂ ਕਿਤੇ ਜਾਵੇ। ਤੇ ਫਿਰ ਜੇ ਅੱਗੇ ਕੁਛ ਨਹੀਂ ਫਿਰ ਤੂੰ ਜਾਂਦਾ ਕਾਹਦੇ ਲਈ ਹੈ? ਜਦੋਂ ਮੌਤ ਦੀ ਘੰਟੀ ਵੱਜਦੀ ਹੈ ਉਦੋਂ ਰੱਬ ਹੀ ਯਾਦ ਹੁੰਦਾ। ਪਹਿਲਾਂ ਸਾਰੀ ਜ਼ਿੰਦਗੀ ਕਹਿੰਦਾ ਨਹੀਂ ਕੋਈ ਰੱਬ ਨਹੀਂ, ਤੇ ਜਦੋਂ ਸਾਹ ਇੱਥੇ ਕੱਟ ਕੇ ਹੁੰਦੇ ਉਦੋਂ ਕਹਿੰਦਾ ਕੋਈ ਬੁਲਾਓ ਕਿਸੇ ਨੂੰ, ਕੋਈ ਅਰਦਾਸ ਕਰਦੇ, ਕੋਈ ਪ੍ਰਾਰਥਨਾ ਕਰਦੇ, ਕੋਈ ਦੁਆ ਕਰਦੇ, ਕਿਸੇ ਤਰ੍ਹਾਂ ਜ਼ਿੰਦਗੀ ਫਿਰ ਇਹਨੂੰ ਪਤਾ ਲੱਗਦਾ ਵੀ ਕੋਈ ਹੈਗਾ ਹੈ, ਹੈ ਨਾ। ਪਰ ਜਦੋਂ ਤੱਕ ਇਹ 'ਚ ਦਮ ਹੈ ਉਦੋਂ ਤੱਕ ਇਹ ਕਹਿੰਦਾ ਕੋਈ ਨਿਗਾ, ਬੰਦਾ ਹੀ ਰੱਬ ਹੈ। ਸੋ ਇਹਨੂੰ ਰੱਬ ਉਦੋਂ ਚੇਤੇ ਆਉਂਦਾ ਜਦੋਂ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੁੰਦਾ। ਸੋ ਅਸੀਂ ਦੇਖਣਾ ਹੈ ਅੱਜ ਕਿ ਅਨੰਤ ਜੀਵਨ ਦਾ ਵਾਅਦਾ ਪਰਮੇਸ਼ਵਰ ਨੇ ਕੀਤਾ, ਔਰ ਉਹ ਅਨੰਤ ਜੀਵਨ ਉਹਨੇ ਮਸੀਹ ਯਸੂ ਦੇ ਵਿੱਚ ਰੱਖਿਆ। ਕਿਹਦੇ ਵਿੱਚ? ਮਸੀਹ ਯਸੂ ਦੇ ਵਿੱਚ। ਔਰ ਵਚਨ 'ਚ ਲਿਖਿਆ ਜ਼ਮੀਨ ਦੇ ਉੱਤੇ ਤੇ ਆਕਾਸ਼ ਦੇ ਹੇਠਾਂ ਕੋਈ ਦੂਸਰਾ ਨਾਮ ਹੈ ਹੀ ਨਹੀਂ ਆ ਜਿਸ ਤੋਂ ਨਜਾਤ ਹੋ ਸਕੇ। ਕੀ ਲਿਖਿਆ? ਜ਼ਮੀਨ ਦੇ ਉੱਤੇ ਆਕਾਸ਼ ਦੇ ਹੇਠਾਂ ਕੋਈ ਦੂਸਰਾ ਨਾਮ ਹੈ ਹੀ ਨਹੀਂ ਆ ਜਿਹਦੇ ਤੋਂ ਮੁਕਤੀ ਹੋ ਸਕੇ। ਤੇ ਅਸੀਂ ਪਿਛਲੇ ਦਿਨਾਂ ਸਿੱਖਿਆ ਸੀਗਾ ਕਿ ਅਗਰ ਕੋਈ ਕਹਿੰਦਾ ਵੀ ਨਹੀਂ ਦੂਸਰੇ ਕਿਸੇ ਤੋਂ ਵੀ ਮੁਕਤੀ ਹੈ, ਤੇ ਫਿਰ ਉਹਨੂੰ ਸਿੱਧ ਕਰਨਾ ਪਊਗਾ ਕਿ ਕਿਵੇਂ ਆ। ਖਾਲੀ ਗੱਲ ਕਹਿਣ ਦੇ ਨਾਲ ਨਹੀਂ। ਜੇ ਕੋਈ ਕਹਿੰਦਾ ਹੈ ਕਿ ਨਹੀਂ ਹੋਰ ਕਿਸੇ ਤੋਂ ਵੀ ਮੁਕਤੀ ਆ, ਤੇ ਫਿਰ ਉਹਨੂੰ ਸਿੱਧ ਕਰਨਾ ਪਵੇਗਾ ਕਿ ਪਰਮੇਸ਼ਵਰ ਵੀ ਕੋਈ ਜ਼ਿਆਦਾ ਹੈ, ਤੇ ਜੇ ਜ਼ਿਆਦਾ ਹੈ ਤੇ ਫਿਰ ਕਿਵੇਂ ਆ। ਕਿਉਂਕਿ ਪਰਮੇਸ਼ਵਰ ਦੀਆਂ 5 ਖੂਬੀਆਂ ਤੇ ਸਾਨੂੰ ਪੱਕਾ 100% ਜਿਹੜੀਆਂ ਅਸੀਂ ਸਿੱਖੀਆਂ। ਪਰਮੇਸ਼ਵਰ ਕੀ ਆ? ਸਰਵ ਸ਼ਕਤੀਮਾਨ ਹੈ। ਪਰਮੇਸ਼ਵਰ ਸਰਵ ਵਿਆਪੀ ਹੈ। ਪਰਮੇਸ਼ਵਰ ਸਰਵ ਗਿਆਨੀ ਹੈ। ਪਰਮੇਸ਼ਵਰ ਧਰਮੀ ਹੈ ਤੇ ਪਰਮੇਸ਼ਵਰ ਨਿਆਈ ਹੈ। ਪਰਮੇਸ਼ਵਰ ਨਾ ਪੈਦਾ ਹੁੰਦਾ ਹੈ ਤੇ ਨਾ ਮਰਦਾ ਹੈ। ਪਰਮੇਸ਼ਵਰ ਸ਼ਾਦੀਆਂ ਵਿਆਹ ਨਹੀਂ ਰਚਾਉਂਦਾ। ਕੋਈ ਬਾਪ ਆਪਣੀ ਬੇਟੀ ਦੇ ਨਾਲ ਸ਼ਾਦੀ ਨਹੀਂ ਕਰੂਗਾ। ਸੋ ਅਸੀਂ ਕੀ ਹਾਂ ਭਲਾ? ਸਾਰੇ ਉਹਦੀ ਰਚਨਾ ਆ। ਤੇ ਉਹਦੀ ਰਚਨਾ ਹੈ ਜਦੋਂ, ਤੇ ਫਿਰ ਪਰਮੇਸ਼ਵਰ ਆਤਮਾ ਆ, ਤੇ ਆਤਮਾ ਨੂੰ ਫਿਰ ਵਿਆਹਾਂ ਸ਼ਾਦੀਆਂ ਦੀ ਵੀ ਜ਼ਰੂਰਤ ਨਹੀਂ ਹੈ। ਸੋ ਇਸ ਲਈ ਇਹਨਾਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਪਰਮੇਸ਼ਵਰ ਦੀ ਖੂਬੀ ਨੂੰ ਪਹਿਲਾਂ ਜਾਣਾਂਗੇ, ਤੇ ਫਿਰ ਵੀ ਪਰਮੇਸ਼ਵਰ ਬਾਰੇ ਕੁਝ ਸਮਝ ਸਕਦੇ ਹਾਂ, ਸਿੱਖ ਸਕਦੇ ਹਾਂ, ਨਹੀਂ ਤੇ ਔਖਾ ਹੈ। ਸੋ ਅਸੀਂ ਇਹ ਵੀ ਸਿੱਖਿਆ ਕਿ ਧਰਮਾਂ ਮਜ਼ਹਬਾਂ ਦੇ ਦੁਆਰਾ ਅਗਰ ਰੱਬ ਪਾਇਆ ਜਾ ਸਕਦਾ ਹੁੰਦਾ ਤੇ ਫਿਰ ਸਾਰੇ ਧਰਮਾਂ ਦੇ ਕੋਲ ਰੱਬ ਹੁੰਦਾ। ਮਾਰੇ ਉਹਨਾਂ ਨੇ ਵਿਚਾਰੇ ਨੇ ਛੁਰੇ ਮਾਰ ਕੇ ਇੱਕ ਗਰੀਬ ਟੇਲਰ ਮਾਰ ਛੱਡਿਆ। ਉਨੀ ਦੇਰ ਤੱਕ ਉਹਦੀ ਧੌਣ 'ਤੇ ਛੁਰੇ ਚਲਾਉਂਦੇ ਰਹੇ ਜਦੋਂ ਤੱਕ ਉਹ ਮਰਿਆ। ਕਸੂਰ ਕੀ ਸੀਗਾ? ਕੁਛ ਵੀ ਨਹੀਂ। ਕਸੂਰ ਕੁਛ ਵੀ ਨਹੀਂ। ਹੁਣ ਮੰਨ ਕੇ ਚਲੋ ਵੀ ਜਿਹੜੀ ਵਚਨ ਸਾਡੇ ਕੋਲ ਬਾਈਬਲ ਆ ਇਹਦੇ ਵਿੱਚੋਂ ਕੋਈ ਇਹਦੇ ਵਿੱਚ ਹੀ ਲਿਖੀ ਹੋਈ ਇੱਕ ਚੀਜ਼ ਮੰਨ ਲਓ ਉਹਦੀ ਸਮਝ ਨਹੀਂ, ਉਹਦੀ ਵੱਖਰੀ ਗੱਲ ਆ। ਉਹ ਇਹਦੇ ਵਿੱਚੋਂ ਲਿਖਿਆ ਹੋਇਆ ਦਿਖਾਵੇ ਤੇ ਅਸੀਂ ਫਿਰ ਉਹਦੀ ਧੌਣ ਲਾ ਦਈਏ। ਤੇ ਉਹਨਾਂ ਨੇ ਕਿਸੇ ਕੋਈ ਕੁੜੀ ਸੀਗੀ, ਕੋਈ ਪੱਤਰਕਾਰ, ਤੇ ਉਹਨੇ ਕੋਈ ਹਵਾਲਾ ਦੇ ਦਿੱਤਾ ਉਹਨਾਂ ਦੇ ਹਦੀਸ ਦਾ, ਕਿਉਂਕਿ ਕੁਰਾਨ ਨੂੰ ਮੰਨਣ ਵਾਲਾ ਦਾ ਈਮਾਨ ਹੋ ਰਿਹਾ, ਹਦੀਸ ਦੇ ਮੰਨਣ ਵਾਲਿਆਂ ਦਾ ਈਮਾਨ ਹੋ ਰਿਹਾ। ਉਹਨਾਂ ਵਿੱਚ ਦੋ ਧੜੇ ਆ, ਇੱਕ ਸ਼ੀਆ ਤੇ ਇੱਕ ਸੁੰਨੀ। ਸ਼ੀਆ ਦਾ ਈਮਾਨ ਹੋ ਰਿਹਾ ਤੇ ਸੁੰਨੀਆਂ ਦਾ ਈਮਾਨ ਹੋ ਰਿਹਾ। ਤੇ ਜਿਹੜੇ ਸ਼ੀਏ ਹੈਗੇ ਆ ਉਹ ਉਸ ਚੀਜ਼ ਨੂੰ ਨਹੀਂ ਮੰਨਦੇ, ਤੇ ਜਿਹੜੇ ਸੁੰਨੀ ਆ ਉਸ ਚੀਜ਼ ਨੂੰ ਮੰਨਦੇ ਆ। ਤੇ ਜਿਹਨਾਂ ਨੂੰ ਉਹ ਮੰਨਦੇ ਉਹਨਾਂ ਨੂੰ ਉਹ ਨਹੀਂ ਮੰਨਦੇ। ਤੇ ਉਹ ਕੁੜੀ ਨੇ ਕਿਤੇ, ਜਿਹੜੀ ਪੱਤਰਕਾਰ ਸੀ, ਉਹਨੇ ਹਦੀਸ ਦਾ ਹਵਾਲਾ ਦੇ ਕੇ ਕਰ ਦਿੱਤਾ, ਤੇ ਉਹਨੇ ਉਹਦੇ ਉੱਤੇ ਕੋਈ ਆਰਗੂਮੈਂਟ ਕੀਤਾ ਹੋਊਗਾ ਮੁੰਡੇ ਨੇ। ਤੇ ਉਹਦੇ ਬਦਲੇ 'ਚ ਕੀ ਕੀਤਾ ਭਲਾ? ਆ ਕੇ ਉਹਨਾਂ ਨੇ ਛੁਰੇ ਮਾਰ ਕੇ ਉਹਦੀ ਧੌਣ ਹੀ ਲਾ ਛੱਡੀ। ਜੇ ਤੁਹਾਡਾ ਰੱਬ ਸੱਚਾ, ਜਿਹੜਾ ਕਾਇਨਾਤ ਨੂੰ ਚਲਾਉਂਦਾ, ਤੇ ਉਹ ਆਪਣਾ ਬਦਲਾ ਲੈਣ ਦੀ ਵੀ ਤੇ ਕੁਦਰਤ ਰੱਖਦਾ ਨਾ। ਹਾਲੇਲੂਇਆ। ਨਾ ਤੁਸੀਂ ਇਹ ਸਿੱਧ ਕਰਨਾ ਚਾਹੁੰਦੇ ਆ ਤੁਸੀਂ ਆਪਣੇ ਰੱਬ ਤੋਂ ਜ਼ਿਆਦਾ ਸ਼ਕਤੀਸ਼ਾਲੀ ਤੇ ਤਾਕਤਵਰ ਹੋ। ਇਸ ਕਰਕੇ ਤੁਹਾਡੇ ਰੱਬ 'ਚ ਜ਼ਰੂਰਤ ਨਹੀਂ ਵੀ ਉਹ ਬਦਲਾ ਲੈ ਸਕੇ, ਤੇ ਤਾਂ ਕਰਕੇ ਤੁਹਾਨੂੰ ਫਿਰ ਬਦਲਾ ਲੈਣ ਦੇ ਲਈ ਸਭ ਕੁਝ ਕਰਨ ਦੀ ਜ਼ਰੂਰਤ ਹੈ। ਇਸ ਕਰਕੇ ਵਚਨ 'ਚ ਲਿਖ ਕੇ ਦਿੱਤਾ ਹੈ ਤੁਸੀਂ ਆਪਣਾ ਬਦਲਾ ਨਹੀਂ ਲੈਣਾ। ਕੀ ਕਰਨਾ ਭਲਾ? ਤੁਸੀਂ ਆਪਣਾ ਬਦਲਾ ਨਹੀਂ ਲੈਣਾ। ਮੈਂ ਤੁਹਾਡਾ ਪਰਮੇਸ਼ਵਰ ਹਾਂ, ਮੈਂ ਸਮੇਂ ਦੇ ਉੱਤੇ ਇਨਸਾਫ ਕਰਾਂਗਾ। ਉਸੇ ਪਰਮੇਸ਼ਵਰ ਨੇ ਲਿਖ ਕੇ ਦਿੱਤਾ ਜਿਹੜਾ ਤਲਵਾਰ ਨਾਲ ਕੱਟੇਗਾ ਉਹ ਤਲਵਾਰ ਦੇ ਨਾਲ ਹੀ ਕੱਟਿਆ ਜਾਏਗਾ। ਸੋ ਇਸ ਕਰਕੇ ਕ੍ਰਿਸਚਨ ਨੂੰ ਕੋਈ ਕੁਛ ਵੀ ਕਵੇ, ਕ੍ਰਿਸਚਨ ਤਲਵਾਰ ਚੁੱਕਦਾ ਨਹੀਂ, ਹਥਿਆਰ ਚੁੱਕਦਾ ਨਹੀਂ। ਕਿਉਂ? ਕਿਉਂਕਿ ਉਹਦਾ ਇਹ ਈਮਾਨ ਹੈ ਵੀ ਮੇਰਾ ਰੱਬ ਸ਼ਕਤੀਸ਼ਾਲੀ ਹੈ, ਉਹ ਸਰਵ ਸ਼ਕਤੀਮਾਨ ਹੈ, ਉਹ ਆਪਣਾ ਬਦਲਾ ਲੈਣਾ ਜਾਣਦਾ ਹੈ, ਤੇ ਵੇਲੇ ਸਿਰ ਉਹਦਾ ਨਿਆਂ ਵੀ ਕਰੇਗਾ।
ਤੇ ਉਹਨੂੰ ਨਿਆਂ ਕਰਨਾ ਬੜਾ ਬਖੂਬੀ ਆਉਂਦਾ। ਪ੍ਰਮੋਦ ਮਹਾਜਨ ਸੀ ਨਾ, ਬੀਜੇਪੀ ਦਾ ਲੀਡਰ, ਬੜਾ ਨਾਮੀ ਲੀਡਰ ਸੀ। ਜਦੋਂ ਜਿਵੇਂ ਅੱਜ ਮੋਦੀ ਦਾ ਸਿਸਟਮ ਆ, ਇਵੇਂ ਉਹਦਾ ਸੀਗਾ। ਭਾਰਤ ਦੇਸ਼ ਦੇ ਵਿੱਚ ਕ੍ਰਿਸਚਨਾਂ ਦੇ ਖਿਲਾਫ ਸਭ ਤੋਂ ਵੱਡੀ ਮੁਹਿੰਮ ਚਲਾਉਣ ਵਾਲਾ ਬੰਦਾ ਉਹ ਸੀ। ਦੂਸਰੀ ਸੀ ਉਮਾ ਭਾਰਤੀ। ਕਦੀ ਕਿਸੇ ਨੇ ਨਾ ਪ੍ਰਮੋਦ ਮਹਾਜਨ ਨੂੰ ਬੁਰਾ ਕਿਹਾ ਤੇ ਨਾ ਹੀ ਉਮਾ ਭਾਰਤੀ ਨੂੰ ਬੁਰਾ ਕਿਹਾ, ਤੇ ਅੱਜ ਉਹਨਾਂ ਦਾ ਹਸ਼ਰ ਦੇਖ ਲਓ। ਪ੍ਰਮੋਦ ਮਹਾਜਨ ਆਪਣੇ ਭਰਾ ਦੇ ਹੱਥੋਂ ਕਤਲ ਹੋ ਗਿਆ, ਭਰਾ ਵੀ ਅੰਦਰ, ਉਹ ਵੀ ਅੰਦਰ। ਉਸ ਤੋਂ ਬਾਅਦ ਮੁੰਡਾ ਨਸ਼ੀਲੇ ਪਦਾਰਥਾਂ ਦੇ ਵਿੱਚ ਜਾਂਦਾ ਲੱਗਾ, ਕਈ ਦੇਰ ਉਹਦਾ ਇਲਾਜ ਚੱਲਿਆ, ਕੋਮਾ 'ਚ ਚਲੇ ਗਿਆ। ਉਮਾ ਭਾਰਤੀ ਜਿਹੜੀ ਕਿਸੇ ਸਮੇਂ ਨਾਮੀ ਲੀਡਰ ਸੀ, ਹੁਣ ਕੁੱਤਾ ਨਹੀਂ ਪੁੱਛਦਾ। ਕੀ ਹੈ ਭਲਾ? ਜੇ ਤੁਹਾਨੂੰ ਆਪਣੇ ਰੱਬ ਤੇ ਭਰੋਸਾ ਤੇ ਉਹ ਆਪਣਾ ਬਦਲਾ ਲੈਣਾ ਚੰਗੀ ਤਰ੍ਹਾਂ ਜਾਣਦਾ, ਇਸ ਕਰਕੇ ਸਾਨੂੰ ਹਥਿਆਰ ਚੁੱਕਣ ਦੀ ਜ਼ਰੂਰਤ ਨਹੀਂ ਹੈ। ਤੇ ਵਚਨ ਦੱਸਦਾ ਗਿਆਨ ਦਾ ਜਵਾਬ ਗਿਆਨ ਦੇ ਨਾਲ ਦੇਣਾ, ਗਿਆਨ ਦਾ ਜਵਾਬ ਤਲਵਾਰ ਦੇ ਨਾਲ ਨਹੀਂ। ਸੋ ਇਹ ਕਿਉਂ ਹੁੰਦਾ ਆ? ਇਸ ਲਈ ਹੁੰਦਾ ਕਿ ਪਾਪ ਰਾਜ ਕਰਦਾ ਪਿਆ, ਇਨਸਾਨ ਦੀ ਬੁੱਧੀ ਬਰਾਬਰ ਕੰਮ ਨਹੀਂ ਕਰਦੀ, ਪਾਪ ਰਾਜ ਕਰਦਾ। ਤੇ ਪਰਮੇਸ਼ਵਰ ਦਾ ਪੁੱਤਰ ਇਸ ਸੰਸਾਰ ਦੇ ਵਿੱਚ ਇਸ ਲਈ ਆਇਆ ਕਿ ਉਹ ਇਸ ਇਨਸਾਨ ਨੂੰ ਉਸ ਪਾਪ ਦੀ ਗੁਲਾਮੀ ਤੋਂ ਛੁਡਾ ਸਕੇ। ਉਹ ਪਾਪ ਜਿਹੜਾ ਆਦਮ ਦੇ ਪਾਪ ਦੇ ਦਿਨ ਤੋਂ ਰਾਜ ਕਰਦਾ ਆ ਰਿਹਾ, ਉਹ ਤੋਂ ਛੁਡਾਉਣ ਦੇ ਲਈ ਪਰਮੇਸ਼ਵਰ ਨੇ ਇੰਤਜ਼ਾਮ ਕੀਤਾ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ। ਹਾਲੇਲੂਇਆ। ਸੋ ਕਈਆਂ ਨੂੰ ਭੁਲੇਖਾ ਨਹੀਂ, ਕਹਿੰਦੇ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਨਹੀਂ ਹੈ। ਕੀ ਹੈ ਭਲਾ? ਕਈਆਂ ਨੂੰ ਕੀ ਭੁਲੇਖਾ ਭਲਾ? ਪ੍ਰਭੂ ਯਿਸੂ ਮਸੀਹ, ਉਹ ਪ੍ਰਭੂ ਯਿਸੂ ਮਸੀਹ ਨੂੰ ਤੇ ਪਰਮੇਸ਼ਵਰ ਨੂੰ ਦੋ ਰੂਪਾਂ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਆ। ਔਰ ਸਾਡੇ ਜਿਹੜੇ ਪ੍ਰਚਾਰਕ ਆ, ਉਹਨਾਂ ਨੂੰ ਵੀ ਗਿਆਨ ਨਾ ਹੋਣ ਦਾ ਕਰਕੇ ਉਹ ਵੀ ਉਹਨੂੰ ਪੁੱਤਰ ਕਰਕੇ ਹੀ ਪੇਸ਼ ਕਰਦੇ ਆ। ਪੁੱਤਰ ਹੁੰਦਾ ਕੌਣ ਹੈ ਪਹਿਲਾਂ ਤੁਹਾਨੂੰ ਪਤਾ? ਕਦੇ ਵਿਚਾਰ ਕੀਤਾ ਪੁੱਤਰ ਕਿਹਾ ਕਿਹਨੂੰ ਜਾਂਦਾ ਹੈ? ਕਿਸੇ ਚੀਜ਼ ਦਾ ਜਿਹੜਾ ਅੰਸ਼ ਹੁੰਦਾ ਨਾ, ਉਹ ਪੁੱਤਰ ਹੁੰਦਾ। ਕੀ ਹੁੰਦਾ ਭਲਾ? ਸਾਡਾ ਅੰਸ਼ ਜਿਹੜਾ ਨਾ, ਉਹ ਸਾਡਾ ਪੁੱਤਰ ਕਹਾਉਂਦਾ ਆ। ਤੇ ਵਚਨ 'ਚ ਲਿਖਿਆ, ਮੇਰੇ ਲਈ ਇੱਕ ਦੇਹ ਤਿਆਰ ਕੀਤੀ, ਸ਼ਬਦ ਦੇਹਧਾਰੀ ਹੋਇਆ। ਕੀ ਹੋਇਆ ਭਲਾ? ਸ਼ਬਦ ਦੇਹਧਾਰੀ। ਸ਼ਬਦ ਕਿਹਦਾ ਸੀਗਾ? ਪਰਮੇਸ਼ਵਰ ਦਾ। ਤੇ ਕੀ ਲਿਖਿਆ ਵਚਨ ਦੇ ਵਿੱਚ? ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਸ਼ਬਦ ਹੀ ਪਰਮੇਸ਼ਵਰ ਸੀ। ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਸਭੋ ਕੁਝ ਉਸੇ ਦੇ ਦੁਆਰਾ ਰਚਿਆ ਗਿਆ, ਤੇ ਰਚਨਾ ਵਿੱਚ ਕੋਈ ਵੀ ਚੀਜ਼ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਹ ਸ਼ਬਦ ਦੇਹਧਾਰੀ ਹੋ ਕੇ ਇਸ ਸੰਸਾਰ ਦੇ ਵਿੱਚ ਆਇਆ, ਜਿਹਦਾ ਨਾਮ ਯਿਸੂ ਮਸੀਹ। ਸੋ ਨਾਮ ਰੱਖਦੇ ਵਕਤ ਦੱਸਿਆ ਵੀ ਗਿਆ ਪਰਮੇਸ਼ਵਰ ਦੀ ਖੂਬੀ ਕੀ ਆ। ਪਰਮੇਸ਼ਵਰ ਆਪਣੀ ਈਸ਼ਵਰਤਾਈ ਦੇ ਵਿੱਚ ਕਦੇ ਕਿਸੇ ਦਾ ਪਾਪ ਮਾਫ ਨਹੀਂ ਕਰ ਸਕਦਾ। ਪਰਮੇਸ਼ਵਰ ਦੀ ਖੂਬੀ ਕੀ ਹੈ ਭਲਾ? ਪਰਮੇਸ਼ਵਰ ਆਪਣੇ ਈਸ਼ਵਰਤਾਈ ਦੇ ਵਿੱਚ ਕਿਸੇ ਦਾ ਪਾਪ ਮਾਫ ਨਹੀਂ ਕਰ ਸਕਦਾ। ਇੰਪੋਸੀਬਲ ਨਹੀਂ ਹੈ ਉਹਦੇ ਲਈ, ਕਿਉਂਕਿ ਵਚਨ 'ਚ ਲਿਖਿਆ ਪਰਮੇਸ਼ਵਰ ਦੇ ਲਈ ਕੋਈ ਵੀ ਕੰਮ ਨਾਮੁਮਕਿਨ ਨਹੀਂ ਹੈ। ਇਹ ਮੁਸ਼ਕਿਲ ਨਹੀਂ ਹੈ ਪਰਮੇਸ਼ਵਰ ਦੇ ਲਈ ਕਿਸੇ ਦਾ ਪਾਪ ਮਾਫ ਕਰਨਾ, ਪਰ ਉਹ ਆਪਣੇ ਈਸ਼ਵਰ ਰੂਪ ਦੇ ਵਿੱਚ ਕਿਸੇ ਦਾ ਪਾਪ ਮਾਫ ਕਰ ਨਹੀਂ ਸਕਦਾ, ਕਿਉਂਕਿ ਉਹ ਧਰਮੀ ਤੇ ਨਿਆਈ ਹੈ। ਕੀ ਹੈ ਭਲਾ? ਉਹ ਧਰਮੀ ਤੇ ਨਿਆਈ ਹੈ। ਜੱਜ ਦੀ ਕੁਰਸੀ ਉੱਤੇ ਬੈਠਾ ਹੈ। ਕੀ ਕਰਨੀ ਭਲਾ? ਨਿਆਈ। ਉਹਨੂੰ ਕੀ ਕਿਹਾ ਜਾਂਦਾ? ਨਿਆਇਧੀਸ਼। ਉਹਦਾ ਕੰਮ ਕੀ ਹੈ ਭਲਾ? ਨਿਆਏ ਕਰਨਾ। ਉਹ ਕਿਸੇ ਦਾ ਪਾਪ ਨਹੀਂ ਮਾਫ ਕਰ ਸਕਦਾ। ਤੁਸੀਂ ਕਤਲ ਕੀਤਾ ਹੈ, ਕਤਲ ਦੀ ਸਜ਼ਾ ਹੈ। ਕਤਲ ਦੀ ਸਜ਼ਾ ਫਾਂਸੀ ਵੀ ਹੈ, ਕਤਲ ਦੀ ਸਜ਼ਾ ਉਮਰ ਕੈਦ ਵੀ ਹੈ, ਕਤਲ ਦੀ ਸਜ਼ਾ 10 ਸਾਲ ਵੀ ਹੈ, ਕਤਲ ਦੀ ਸਜ਼ਾ 7 ਸਾਲ ਵੀ ਹੈ, ਕਤਲ ਦੇ ਵਿੱਚ ਮਾਫੀ ਵੀ ਹੈ। ਤੁਸੀਂ ਮੁਕਤ ਵੀ ਹੋ ਸਕਦੇ ਆ। ਪਰ ਨਿਆਇਧੀਸ਼ ਦਾ ਕੰਮ ਕੀ ਆ? ਉਹਨੇ ਸਾਰੀਆਂ ਦਲੀਲਾਂ ਵਕੀਲਾਂ ਸੁਣ ਕੇ ਨਿਆਂ ਦੇਣਾ ਹੈ। ਉਹਦੇ ਕੋਲ ਕਾਨੂੰਨ ਦੀ ਕਿਤਾਬ ਤੋਂ ਬਿਨਾਂ ਆਪਣੇ ਪਾਸਿਓਂ ਕੋਈ ਵੀ ਅਧਿਕਾਰ, ਕੋਈ ਇਖਤਿਆਰ ਨਹੀਂ ਆ। ਉਸੇ ਤਰ੍ਹਾਂ ਪਰਮੇਸ਼ਵਰ ਨੇ ਇੱਕ ਕਾਨੂੰਨ ਬਣਾਇਆ ਆ। ਉਸ ਕਾਨੂੰਨ ਦੇ ਵਿੱਚ ਪਰਮੇਸ਼ਵਰ ਆ। ਉਸ ਆਪਣੇ ਬਣਾਏ ਹੋਏ ਕਾਨੂੰਨ ਤੋਂ ਬਾਹਰ ਹੋ ਕੇ ਕੋਈ ਕੰਮ ਕਰ ਸਕਦਾ? ਤੇ ਉਸੇ ਕਾਨੂੰਨ ਦੇ ਵਿੱਚ ਲਿਖਿਆ ਵੀ ਪਰਮੇਸ਼ਵਰ ਧਰਮੀ ਵੀ ਆ ਤੇ ਨਿਆਈ ਵੀ ਹੈ। ਹੁਣ ਨਿਆਈ ਹੁੰਦਿਆਂ ਹੋਇਆਂ ਉਹ ਪਾਪ ਮਾਫ ਕਰ ਸਕਦਾ ਨਹੀਂ ਹੈ। ਇਸ ਲਈ ਪਾਪ ਕਿਵੇਂ ਮਾਫ ਹੋਣ, ਉਹਦੇ ਲਈ ਉਹਨੇ ਆਪ ਇੰਤਜ਼ਾਮ ਕੀਤਾ। ਲਿਖਿਆ ਇੱਕ ਜਗ੍ਹਾ ਦੇ ਉੱਤੇ ਕਿ ਸ਼ਬਦ ਦੇਹਧਾਰੀ ਹੋਇਆ, ਇੱਕ ਜਗ੍ਹਾ ਤੇ ਲਿਖਿਆ ਤਿਮੋਥੀ ਦੀ ਕਿਤਾਬ ਦੇ ਵਿੱਚ ਵੀ ਉਹ ਪ੍ਰਗਟ ਹੋਇਆ। ਪਰਮੇਸ਼ਵਰ ਕੀ ਹੋਇਆ ਭਲਾ? ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਉਹ ਪਰਮੇਸ਼ਵਰ ਜਿਹੜਾ ਮਨੁੱਖ ਦੇ ਰੂਪ 'ਚ ਪ੍ਰਗਟ ਹੋਇਆ, ਉਹ ਬਦਨ ਜਿਹੜਾ ਮਨੁੱਖੀ ਰੂਪ ਦੇ ਵਿੱਚ ਆਇਆ, ਉਹਦਾ ਨਾਮ ਰੱਖਿਆ ਗਿਆ ਯਿਸੂ। ਕੀ ਰੱਖਿਆ ਗਿਆ ਨਾਮ? ਨਾਮ ਰੱਖਦੇ ਵਕਤ ਮਰੀਮ ਨੂੰ ਕਿਹਾ ਤੂੰ ਉਹਦਾ ਨਾਮ ਕੀ ਰੱਖੀ? ਯਿਸੂ ਰੱਖੀ। ਤੇ ਨਾਲ ਅਰਥ ਦੱਸਿਆ
ਕੀ ਦੱਸਿਆ ਨਾਲ? ਤੂੰ ਉਹਦਾ ਨਾਮ ਯਿਸੂ ਰੱਖੀ, ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾਵੇਗਾ। ਨਾਮ ਦਾ ਅਰਥ ਕੀ ਹੋ ਗਿਆ ਭਲਾ? ਯਿਸੂ ਨਾਮ ਦਾ ਅਰਥ ਪਾਪਾਂ ਦਾ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾਵੇਗਾ। ਹੁਣ ਪ੍ਰਭੂ ਯਿਸੂ ਮਸੀਹ ਆ, ਉਸ ਨਾਮ ਦਾ ਅਰਥ ਹੀ ਆ ਪਾਪਾਂ ਤੋਂ ਛੁਡਾਉਣ ਵਾਲਾ। ਤੇ ਸੰਸਾਰ ਦੇ ਵਿੱਚ ਦੂਸਰਾ ਕੋਈ ਐਸਾ ਨਹੀਂ ਆ ਜਿਹੜਾ ਕਿਸੇ ਨੂੰ ਪਾਪ ਤੋਂ ਛੁਡਾ ਸਕੇ। ਕਿਉਂ? ਕਿਉਂਕਿ ਪਰਮੇਸ਼ਵਰ ਵੱਲੋਂ ਕਿਸੇ ਕੋਲ ਇਹ ਇਖਤਿਆਰ ਹੀ ਨਹੀਂ ਹੈ। ਉਹਦੇ ਵਿੱਚ ਜੀਵਨ ਹੈ ਲਿਖਿਆ। ਕੀ ਹੈ ਭਲਾ? ਉਹਦੇ ਵਿੱਚ ਜੀਵਨ ਹੈ। ਜ਼ਿੰਦਗੀ ਕਿਹਦੇ ਵਿੱਚ ਹੈ? ਜਿਹੜਾ ਕਿਸੇ ਨੂੰ ਪਾਪ ਤੋਂ ਛੁਡਾ ਸਕਦਾ, ਉਹਦੇ ਵਿੱਚ ਹੀ ਪਰਮੇਸ਼ਵਰ ਨੇ ਇਸ ਅਨੰਤ ਜੀਵਨ ਨੂੰ ਰੱਖਿਆ ਆ। ਉਸ ਅਨੰਤ ਜੀਵਨ ਦੇ ਵਿਖੇ ਹੁਣ ਬੱਚਾ ਸਾਨੂੰ ਕੀ ਸਿਖਾਉਂਦਾ ਆ? ਇੱਕ ਉਹ ਲੋਕ ਜਿਹੜੇ ਅਨੰਤ ਜੀਵਨ ਦੀ ਆਸਰਾ ਕਿਉਂ ਹੁੰਦੇ ਆ, ਦੂਸਰੇ ਉਹ ਲੋਕ ਜਿਹੜੇ ਇਹਨੂੰ ਸਿਰਫ ਇਸੇ ਜੀਵਨ ਦਾ ਨਾਲ ਹੀ ਮਤਲਬ ਆ। ਇਸ ਜੀਵਨ 'ਚ ਆਸ਼ੀਸ਼ਾਂ, ਬਰਕਤਾਂ, ਤਰੱਕੀਆਂ ਹੋਣ, ਇਸ ਜੀਵਨ 'ਚ ਬਸ ਸਭ ਕੁਝ ਮਿਲੀ ਜਾਵੇ ਤੇ ਬਸ ਠੀਕ ਆ। ਜਿਹੜਾ ਰੱਬ ਸਾਨੂੰ ਇਹ ਦੇ ਦੇਵੇ ਤੇ ਉਹੀ ਰੱਬ ਸੱਚਾ ਆ। ਮੁਰਾਦ ਮੰਗੀ ਆ ਜਿੱਥੇ ਮਰਜੀ, ਭਾਵੇਂ ਉਹ ਮੜੀ ਮਸੀਤੇ ਪੂਰੀ ਹੋ ਜਾਵੇ, ਭਾਵੇਂ ਉਹ ਕਿਸੇ ਮਜ਼ਾਰ ਦੇ ਉੱਤੇ ਪੂਰੀ ਹੋ ਜਾਵੇ, ਭਾਵੇਂ ਉਹ ਕਿਸੇ ਨਾਗੇ ਬਾਬੇ ਦੇ ਕੋਲ ਹੀ ਜਾ ਕੇ ਕਿਉਂ ਨਾ ਪੂਰੀ ਹੋ ਜਾਵੇ, ਮੁਰਾਦ ਪੂਰੀ ਹੋ ਗਈ ਤੇ ਉਹ ਕੀ ਹੈ ਭਲਾ? ਉਹਦੇ ਲਈ ਉਹੀ ਹੋ ਜਾਂਦਾ ਰੱਬ। ਤੇ ਮੁਰਾਦਾਂ ਨਾਸਤਿਕਾਂ ਦੀਆਂ ਪੂਰੀਆਂ ਹੁੰਦੀਆਂ, ਇਹ ਚੀਜ਼ ਚੇਤੇ ਰੱਖਣੀ ਹੈ। ਮੁਰਾਦਾਂ ਜਿਹੜੇ ਰੱਬ ਨੂੰ ਗਾਲਾਂ ਕੱਢਦੇ ਨਾ, ਜਿਹੜੇ ਕਹਿੰਦੇ ਰੱਬ ਨਾਂ ਦੀ ਕੋਈ ਸ਼ਕਤੀ ਹੈ ਹੀ ਨਹੀਂ ਹੈ, ਮੁਰਾਦਾਂ ਕੀ ਹੁੰਦੀਆਂ ਭਲਾ? ਉਹਨਾਂ ਦੀਆਂ ਵੀ ਪੂਰੀਆਂ ਹੁੰਦੀਆਂ ਆ। ਔਰ ਜੇ ਉਲਟੇ ਦੇ ਜਾਓ ਤੇ ਇਹ ਆ, ਜਿਹੜੇ ਨਾਸਤਿਕ ਲੋਕ ਆ ਉਹ ਆਸਤਿਕ ਲੋਕਾਂ ਨਾਲੋਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਜ਼ਿਆਦਾ ਮਜ਼ਬੂਤ ਆ। ਆਰਥਿਕ ਪੱਖੋਂ ਉਹ ਕੀ ਹੈ ਭਲਾ? ਉਹ ਰੱਬ ਨੂੰ ਮੰਨਣ ਵਾਲਿਆਂ ਦੇ ਨਾਲੋਂ ਕੀ ਹੈ ਭਲਾ? ਜ਼ਿਆਦਾ ਗੁਨੇਗਾਰ ਧਰਮੀ ਦੇ ਨਾਲੋਂ ਜ਼ਿਆਦਾ ਉੱਤੇ ਆ। ਪਾਪੀ ਮਨੁੱਖ ਧਰਮੀ ਦੇ ਨਾਲ ਜ਼ਿਆਦਾ ਤਰੱਕੀ ਤੇ ਆ। ਲੇਕਿਨ ਉਹ ਤਰੱਕੀ ਕਿੱਥੇ ਆ ਭਲਾ? ਇਸ ਸੰਸਾਰ ਦੇ ਲਈ ਹੈ। ਜਿਵੇਂ ਅਸੀਂ ਦੇਖਿਆ ਪ੍ਰਮੋਦ ਮਹਾਜਨ ਨੇ ਬੜਾ ਕੁਝ ਕਮਾਇਆ ਤੇ ਜਦੋਂ ਮੌਤ ਦਾ ਵਾਜਾ ਵੱਜਿਆ ਤੇ ਉਦੋਂ ਨੰਬਰ 1 ਤੇ ਸਭ ਤੋਂ ਦਰਦਨਾਕ ਕੰਮ ਕੀ ਹੋਇਆ? ਆਪਣੇ ਭਰਾ ਦੇ ਹੱਥੋਂ ਮਰਿਆ। ਨੰਬਰ 2, ਜੋ ਕੁਝ ਬਣਾਇਆ ਸੀ, ਜੋ ਕੁਝ ਕਮਾਇਆ ਸੀ, ਕਿੱਥੇ ਰਹਿ ਗਿਆ ਭਲਾ? ਇੱਥੇ ਰਹਿ ਗਿਆ। ਦੂਸਰੀ ਗੱਲ ਤੁਹਾਨੂੰ ਦੱਸੀ ਸੀਗੀ, 5 ਸਟੇਟਾਂ ਦੇ CM ਜਿਹਦੇ ਕੋਲ ਹਾਜ਼ਰੀਆਂ ਭਰਦੇ ਸੀ ਨਾ, ਮੁੱਖ ਮੰਤਰੀ ਜਿਹਨੂੰ ਸੈਲੂਟ ਕਰਦੇ ਸੀ, ਜਿਹਦੇ ਕਹਿਣ ਦੇ ਉੱਤੇ 5 ਸਟੇਟਾਂ ਦੀਆਂ ਸਰਕਾਰਾਂ ਚੱਲਦੀਆਂ ਸੀ, ਉਹ ਬੰਦੇ ਨੇ ਵੀ ਇੰਨੀ ਤਰੱਕੀ ਕੀਤੀ ਤਾਂ ਆਖਰ ਕਿਹਦੇ ਹੱਥੋਂ ਮਰਿਆ? ਆਪਣੇ ਹੀ ਭਰਾ ਦੇ। ਦੋਨੇ ਭਰਾ ਇੱਕੋ ਟਾਈਮ 'ਚ ਇੱਕ ਦੂਜੇ ਨੂੰ ਮਾਰ ਦਿੱਤਾ, ਪੌਂਟੀ ਚੱਡੇ ਹੋਣਾ। ਉਦਾਹਰਨਾਂ ਆ, ਮਿਸਾਲਾਂ ਆ। ਲੋਕਾਂ ਦੀਆਂ ਅਦਾਲਤਾਂ ਲਾਉਣ ਵਾਲਾ ਸਦਾਮ ਹੁਸੈਨ ਇੱਕ ਸਮੇਂ ਦੇ ਉੱਤੇ ਆਪ ਕਟਗਰੇ ਦੇ ਵਿੱਚ ਮੁਜਰਿਮ ਬਣ ਕੇ ਖੜਾ। ਮਿਸਾਲਾਂ ਆ। ਗਦਾਫੀ ਵਰਗੇ ਰਾਜੇ ਨੂੰ ਲੋਕਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ, ਪੁਰਾਣੀਆਂ ਗੱਲਾਂ ਨਹੀਂ, ਆਉਣ ਦੀਆਂ ਗੱਲਾਂ, ਗਦਾਫੀ ਵਰਗੇ ਲੀਬੀਆ ਦੇ ਰਾਜੇ ਨੂੰ ਲੋਕਾਂ ਨੇ ਕੁੱਤੇ ਵਾਂਗੂ ਘੜੀਸ ਕੇ ਸੜਕ ਦੇ ਉੱਤੇ ਮਾਰਿਆ। ਸਭ ਕੁਝ ਬਣਿਆ ਬਣਾਇਆ ਸੋਨੇ ਦੇ ਲਿਖਿਆ ਬੈੱਡ ਉਹਦੇ ਦੱਸਦੇ, ਸੋਨੇ ਦੀਆਂ ਉਹਦੀਆਂ ਉਹ ਜਿਹੜੀਆਂ ਸੀਟਾਂ ਜੇ ਤੇ ਟਾਇਲਟ ਬਹਿੰਦਾ ਸੀ। ਸੋ ਸਭ ਕੁਝ ਕਿੱਥੇ ਰਹਿ ਗਿਆ ਭਲਾ? ਇੱਥੇ ਹੀ ਰਹਿ ਗਿਆ। ਤੇ ਹੁਣ ਜਿਹੜੇ ਇੱਥੇ ਵਾਸਤੇ ਰੱਬ ਕੋਲ ਆਉਂਦੇ ਆ ਉਹ ਚੇਤਾ ਰੱਖਣ, ਇਹ ਇੱਥੇ ਵਾਲੀਆਂ ਚੀਜ਼ਾਂ ਕਿੱਥੇ ਰਹੀ ਹੈ ਭਲਾ? ਇਹ ਇੱਥੇ ਰਹੀ ਹੈ। ਇਸ ਕਰਕੇ ਯਿਸੂ ਮਸੀਹ ਕਹਿੰਦਾ, ਇਸ ਧਰਤੀ ਦੇ ਉੱਤੇ ਧਨ ਨਾ ਜੋੜੋ। ਕੀ ਨਾ ਕਰੋ ਭਲਾ? ਇਸ ਧਰਤੀ ਦੇ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਖਾ ਜਾਂਦਾ, ਬਲਕਿ ਉੱਥੇ ਲਈ ਆਪਣਾ ਧਨ ਜੋੜੋ ਜਿੱਥੇ ਨਾ ਕੀੜਾ ਖਾਂਦਾ ਤੇ ਨਾ ਜੰਗਾਲ ਲੱਗਦਾ ਹੈ। ਸੋ ਉੱਥੇ ਲਈ ਜਿਹੜਾ ਧਨ ਜੋੜਨਾ ਆ ਉਹਨੂੰ ਕਹਿੰਦੇ ਧਰਮ ਦੇ ਕੰਮ। ਤੇ ਉਹ ਧਰਮ ਦੇ ਕੰਮ ਕਰਦੇ ਵਕਤ ਇੱਕ ਚੀਜ਼ ਚੇਤੇ ਰੱਖਣੀ, ਜੇ ਤੇ ਉਹਦਾ ਅਜਰ ਆਪਾਂ ਚਾਹੁੰਦੇ ਇੱਥੇ ਮਿਲੇ ਤੇ ਫਿਰ ਅਸੀਂ ਹੈਗੇ ਸਵਾਰਥੀ। ਜੇ ਮੰਨ ਕੇ ਚਲੋ ਵੀ ਮੈਂ ਕਿਸੇ ਦੀ ਗਰੀਬ ਦੀ ਮਦਦ ਕੀਤੀ, ਮੈਂ ਉਹਨੂੰ ਦਿੱਤਾ 100 ਰੁਪਈਆ ਤੇ ਮੈਂ ਬਦਲੇ 'ਚ ਆਸ ਰੱਖਦਾ ਵੀ ਇਹਦੇ ਬਦਲੇ ਰੱਬ ਮੈਨੂੰ 1000 ਦੇਊਗਾ, ਤੇ ਫਿਰ ਮੈਂ ਕੀ ਹਾਂ ਭਲਾ? ਸਵਾਰਥੀ ਹਾਂ ਤੇ ਸੌਦੇਬਾਜ਼ ਹਾਂ। ਮੈਂ ਰੱਬ ਨਾਲ ਕੀ ਕਰਦਾ ਪਿਆ ਭਲਾ? ਮੈਂ ਇਹ ਸੋਚ ਕੇ ਦਿੱਤਾ ਕਿ ਮੈਨੂੰ ਬਦਲੇ 'ਚ ਕੀ ਮਿਲਣਾ? 1000 ਮਿਲਣਾ ਹੈ। ਤੇ ਜਦ ਕਿ ਵਚਨ 'ਚ ਕੀ ਲਿਖਿਆ? ਤੇਰਾ ਆਹ ਹੱਥ ਜਦੋਂ ਦਾਨ ਕਰੇ ਤੇ ਤੇਰੇ ਦੂਜੇ ਹੱਥ ਨੂੰ ਪਤਾ ਲੱਗਣਾ ਚਾਹੀਦਾ। ਤੇ ਅਸੀਂ ਤੇ ਪਲੇਟ ਲਾਉਂਦੇ ਹਾਂ ਜਾ ਕੇ। ਲਿਖੋ, ਇਕਬਾਲ ਗਿੱਲ ਨੇ $1100 ਦਿੱਤੇ। ਉਹ ਪਲੇਟ ਫਿਰ ਇੱਥੇ ਵਾਸਤੇ ਹੀ ਆ ਤੇ ਉਹਦਾ ਅਜਰ ਵੀ ਕਿੱਥੇ ਆ? ਇੱਥੇ ਵਾਸਤੇ। ਜਦੋਂ ਉਹਦੀ ਵੀਡੀਓ ਪਾ ਕੇ ਮਸ਼ਹੂਰੀ ਕਰ ਦਿੱਤੀ, ਉਹਦਾ ਅਜਰ ਕਿੱਥੇ ਵਾਸਤੇ ਆ? ਉਹ ਇੱਥੇ ਵਾਸਤੇ ਹੀ ਆ। ਉਹਦਾ ਅੱਗੇ ਕੋਈ ਵੀ ਅਜਰ ਨਹੀਂ ਆ। ਅੱਗੇ ਲਈ ਅਜਰ ਕੀ ਆ? ਤੇਰਾ ਆਹ ਹੱਥ ਦਵੇ ਤੇ ਤੇਰੇ ਐਸ ਹੱਥ ਨੂੰ ਪਤਾ ਲੱਗਣਾ ਚਾਹੀਦਾ। ਤੇ ਜੇ ਇਹਨੂੰ ਪਤਾ ਲੱਗ ਗਿਆ ਤੇ ਫਿਰ ਤੇਰਾ ਦਿੱਤਾ ਹੋਇਆ ਦਾਨ ਕਿਸੇ ਕੰਮ ਦਾ ਨਹੀਂ ਹੈ। ਸੋ ਜਦੋਂ ਉੱਥੇ ਲਈ ਜੋੜਨਾ ਆ ਤੇ ਉਹਦੇ ਲਈ ਫਿਰ ਕੰਡੀਸ਼ਨਾਂ ਦੱਸੀਆਂ ਵੀ ਤੇਰਾ ਆਹ ਹੱਥ ਦਵੇ ਤੇ ਇਹਨੂੰ ਪਤਾ ਨਾ, ਫਿਰ ਦੇਣ ਲੱਗੇ ਹਿਸਾਬ ਨਹੀਂ ਰੱਖਣਾ।
ਵੀ ਮੈਂ ਕਿੰਨਾ ਦੇਣ ਲੱਗਾ। ਜੇ ਤੂੰ ਹਿਸਾਬ ਹੀ ਰੱਖਦਾ ਤੇ ਫੇਰ ਵੀ ਤੇਰਾ ਉੱਥੇ ਕੋਈ ਅਜਰ ਨਹੀਂ ਆ। ਤੇ ਦਿੰਦੇ ਵਕਤ ਇਹ ਵੀ ਦੇਖਣਾ ਹੈ ਵੀ ਮੈਂ ਦਿੰਦਾ ਕਿੱਥੇ ਪਿਆ ਹਾਂ। ਦਿੰਦੇ ਵਕਤ ਕੀ ਰੱਖਣਾ ਧਿਆਨ ਭਲਾ? ਮੈਂ ਇਹ ਵੀ ਧਿਆਨ ਰੱਖਣਾ ਮੈਂ ਦਿੰਦਾ ਕਿੱਥੇ ਪਿਆ ਹਾਂ। ਕੀ ਜਿੱਥੇ ਮੈਂ ਦੇ ਰਿਹਾ ਹਾਂ ਉਹ ਵਾਕਈ ਧਰਮ ਦੇ ਕੰਮਾਂ ਦੇ ਵਿੱਚ ਲੱਗਣ ਜਾ ਰਿਹਾ ਹੈ ਜਾਂ ਕਿ ਕਿਸੇ ਆਪਣੇ ਇਨਸਾਨ ਦਾ ਹੀ ਘਰ-ਬਾਰ ਬਣਨਾ ਹੈ। ਕਿਸੇ ਦੇ ਐਸ਼ੋ ਆਰਾਮ ਦੇ ਲਈ ਤੇ ਨਹੀਂ ਮੈਂ ਦੇ ਰਿਹਾ, ਕਿਸੇ ਦੇ ਸੰਸਾਰੀ ਤਰੱਕੀ ਵਾਸਤੇ ਤੇ ਨਹੀਂ ਮੈਂ ਦੇ ਰਿਹਾ, ਜਾਂ ਕਿ ਵਾਕਿਆ ਹੀ ਉਸ ਰੱਬ ਦੀ ਬਾਦਸ਼ਾਹੀ ਇਸ ਦੁਨੀਆ 'ਚ ਫੈਲੇ ਉਹਦੇ ਲਈ ਦੇ ਰਿਹਾ। ਇਸ ਚੀਜ਼ ਨੂੰ ਅਸੀਂ ਕੀ ਰੱਖਣਾ ਭਲਾ? ਮੁੱਖ ਧਿਆਨ ਦੇ ਵਿੱਚ ਰੱਖਣਾ। ਪਹਿਲਾਂ ਆਪਾਂ ਕੀ ਗਲਤੀ ਕਰਦੇ ਹੁੰਦੇ ਸੀ? ਜਿਹੜਾ ਵੀ ਆਇਆ ਕੋਈ ਆਇਆ ਉਹਨੇ ਵਚਨ ਸੁਣਾਇਆ ਤੇ ਫਟਾਫਟ ਅਸੀਂ ਜੰਦਾ ਇਕੱਠਾ ਕਰਕੇ ਕੀ ਕਰਦੇ ਭਲਾ? ਲੈ ਜੀ ਲਓ ਜੀ, ਰੱਬ ਦਾ ਦਾਸ ਆਇਆ ਸੀ ਜੀ, ਰੱਬ ਦਾ ਸੇਵਕ ਆਇਆ ਸੀ, ਉਹਨੇ ਬਾਣੀ ਸੁਣਾਈ ਤੇ ਉਹਨੂੰ ਕੀ ਕਰੋ ਭਲਾ? ਇਹਨੂੰ ਦਾਨ ਦੇ ਦਿਓ। ਪਹਿਲਾਂ ਚੈੱਕ ਕਰੋ ਵੀ ਰੱਬ ਦਾ ਦਾਸ ਹੈਗਾ ਵੀ ਹੈ ਕਿ ਨਹੀਂ, ਕਿ ਪੈਸੇ ਇਕੱਠੇ ਕਰਨ ਵਾਲਾ। ਤੇ ਜੇ ਪੈਸੇ ਇਕੱਠੇ ਕਰਨ ਵਾਲਾ ਤੇ ਤੁਹਾਡੀ ਨੇਕ ਕਮਾਈ ਕਿੱਥੇ ਗਈ? ਪਹਿਲਾਂ ਗਲਤ ਹੱਥਾਂ ਦੇ ਵਿੱਚ ਚਲੇ ਗਈ ਆ ਤੇ ਤੁਸੀਂ ਬਾਦਸ਼ਾਹੀ ਨੂੰ ਵਿਗਾੜਨ ਵਾਲਿਆਂ ਨੂੰ ਦਾਨ ਦਿੱਤਾ ਆ ਤੇ ਉਹਦਾ ਵੀ ਤੁਹਾਨੂੰ ਹਿਸਾਬ ਦੇਣਾ ਪੈਣਾ। ਇਸ ਲਈ ਕੁਛ ਲੋਕ ਇਸ ਦੁਨੀਆ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਦੇ ਲਈ ਮਸੀਹ ਦੇ ਕੋਲ ਆਉਂਦੇ ਆ ਤੇ ਕੁਛ ਉਸ ਅਨੰਤ ਜੀਵਨ ਦੇ ਲਈ ਉਹਦੇ ਕੋਲ ਆਉਂਦੇ ਆ। ਸੋ ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਸਿੱਖਣਾ ਆ। ਜਿਨ੍ਹਾਂ ਨੂੰ ਇਸ ਜੀਵਨ ਨਾਲ ਮਤਲਬ ਆ ਉਹਨਾਂ ਬਾਰੇ ਵਚਨ ਸਾਨੂੰ ਕੀ ਕੁਛ ਦੱਸਦਾ ਅਸੀਂ ਪੜ੍ਹਾਂਗੇ। ਪਹਿਲਾ ਕਰੰਥੀਆਂ ਦਾ ਖੱਤ ਉਹਦਾ 15 ਅਧਿਆਏ ਉਹਦੀ 19 ਆਇਤ। ਜਿਹੜੇ ਇਸੇ ਜੀਵਨ ਦੇ ਲਈ ਕਰਦੇ ਆ, ਜਿਹੜੇ ਇਸੇ ਜੀਵਨ ਦੇ ਲਈ ਰੱਬ ਦੇ ਕੋਲ ਆਉਂਦੇ ਆ, ਜਿਹੜੇ ਇਸੇ ਜੀਵਨ ਦੇ ਲਈ ਰੱਬ ਕਰਦੇ ਆ, ਜਿਹੜੇ ਚਾਹੁੰਦੇ ਇਸੇ ਜੀਵਨ 'ਚ ਸਾਨੂੰ ਪ੍ਰਾਪਤੀਆਂ ਹੋਣ, ਉਹਨਾਂ ਦੇ ਲਈ ਪਹਿਲਾ ਕਰੰਥੀਆਂ ਦਾ ਖੱਤ ਸੰਤ ਪੌਲੁਸ ਦਾ ਲਿਖਿਆ ਹੋਇਆ ਕਰੰਥੀਆਂ ਦੇ ਨਾਮ खत ओदा 15 अध्याय ओदी 19 आयत, यदि हम केवल इसी जीवन में मसीह से आशा रखते हैं, अगर असी इसे जीवन दे विच मसीह तो आस रखते हैं, आप की सीख रहे भला? दो तरह के लोग आ, एक मसीह को इस जीवन के लिए आते, एक मसीह को उस जीवन के लिए आते हैं। जिहड़े इस जीवन के लिए आते हैं उन्होंने लिए वचन दसदा है, यदि हम केवल इसी जीवन में मसीह से आशा रखते हैं तो हम सब मनुष्यों से अधिक अभागे हैं। पंजाबी च पढ़ो। जे सिर्फ इसे जीवन दे विच असीं मसीह दे उत्ते आस रखीए तो फिर की है भला? असीं सारे मनुखां नाल की है भला? जे असीं मसीह दे कोल आके ते इसे जीवन की आशा रखी है तो फिर की है भला? दुनिया में जिन्ने मनुख होना सारे की है असीं भला? तो असीं उर्दू च बड़ा जबरदस्त शब्द लिखा, उर्दू च लिखा बदनसीब। 15 दी 19 आयत उर्दू च लिखा बदनसीब। की है भला? इस दुनिया दे बदनसीब। मैं पढ़ देना ताकि तुहानूं, क्योंकि शब्द जिहड़े ना वो कई बार तर्जमिਆਂ ਦੇ ਵਿੱਚ ना शब्द नहीं मिलते, तो वह फिर जो असीं वक्रे वक्रे तर्जमिਆਂ ਨੂੰ पढ़ते फिर सानूं वो चीज़ां जिहड़ियां मिल जांदियां। हाँ जी पढ़ो जी। बिल्कुल जी है जी। अगर हम सिर्फ इसी जिंदगी में मसीह में उम्मीद रखते हैं, अगर हम सिर्फ इसी जिंदगी में मसीह में उम्मीद रखते हैं तो सब आदमियों से ज़्यादा बदनसीब है। की है भला? सारे लोगों ने की है भला? फिर असी तो फिर हुण तुसीं दसो, आ जिहड़े आ के बुलाउंदे आ पादरी लोग भी इत्थे आके गवाही दिओ, हाँ जी अमरीका का वीज़ा लगा कि नहीं दसो, कनेडा वीज़ा लगा कि नहीं दसो इन्हां नूं, हाँ जी तुहाडे बैंक भरे कि नहीं भरे दसो इन्हां नूं, तुहाडा छोटा जिहा कोठी बनी कि नहीं दसो इन्हां नूं। ते वचन उन्हां लई की दसदा पिया भला? ये गवाहियां कराउंदे ते वचन की दसदा? बोलो, मैं तो अपने को बोलिया कुछ भी, मैं वक्रियां बाइबलों च तुहानूं पढ़ाया, भावें अंग्रेजी च पढ़ लो, इक्को सारे में ओहो कुछ ही लिखिया, किते वखरा। भावें तुसीं 10 साल पहलां दी बाइबल पढ़ लो ते भावें 200 साल पुरानी बाइबल पढ़ लो, तुहानूं ओहो कुछ ही मिलूगा जिहड़ा लिखिया होया। बदलिया कुछ नहीं। तो की दसदे भला? फिर असीं गवाहियां कराउंदे, आके गवाहियां दसो तुहानूं रब ने किन्नी बरकत दित्ती, ते वचन की दसदा? बदनसीब आ। इहदा मतलब सानूं चैक करना पैना, किते कुछ गड़बड़ है। वचन कुछ होर कहण दिया तो असीं की करन दे भला? कुछ होर। वचन कहंदा दुख सहन दे लई तुहानूं बुलाया, काहदे लई? असीं सुख दीआं गवाहियां देण डे।
ਗਵਾਹੀ ਤੇ ਉਹ ਕਰਾਓ ਨਾ, ਹਾਂਜੀ ਭਾਈ ਸਾਹਿਬ ਮੈਂ ਹਰ ਰੋਜ਼ ਰੱਬ ਦੇ ਲਈ ਮਰਦਾ ਪਿਆ, ਤਾਂ ਵੀ ਮੈਂ ਆਨੰਦਿਤ ਹਾਂ। ਹਾਂਜੀ ਕੀ ਹੈ ਭਲਾ? ਮੈਂ ਹਰ ਰੋਜ਼ ਉਹਦੇ ਲਈ ਦੁੱਖ ਸਹਿ ਰਿਹਾ ਆ, ਮੈਂ ਹਰ ਰੋਜ਼ ਉਹਦੇ ਲਈ ਮਰਦਾ ਆ, ਤਾਂ ਵੀ ਮੈਂ ਕੀ ਹੈ ਭਲਾ? ਖੁਸ਼ ਹਾਂ। ਇਹਨਾਂ ਦੇ ਲਈ ਲਿਖਿਆ ਇਹੋ ਜਿਹਿਆਂ ਦੇ ਲਈ ਅਨੰਤ ਜੀਵਨ ਹੈ। ਜਿਹੜਾ ਆਪਣੀ ਜ਼ਿੰਦਗੀ ਨੂੰ ਬਚਾਵੇਗਾ ਉਹ ਆਪਣੀ ਜ਼ਿੰਦਗੀ ਨੂੰ ਕੀ ਲਿਖਿਆ? ਕੀ ਕਹਿੰਦੇ ਪ੍ਰਭੂ ਯਿਸੂ ਮਸੀਹ? ਜਿਹੜਾ ਆਪਣੀ ਜ਼ਿੰਦਗੀ ਨੂੰ ਬਚਾਵੇਗਾ ਉਹ ਆਪਣੀ ਜ਼ਿੰਦਗੀ ਨੂੰ ਗਵਾਵੇਗਾ। ਜਿਹੜਾ ਮਸੀਹ ਦੀ ਖਾਤਰ ਆਪਣੀ ਜ਼ਿੰਦਗੀ ਨੂੰ ਗਵਾਵੇਗਾ ਉਹ ਉਸ ਅਨੰਤ ਜ਼ਿੰਦਗੀ ਨੂੰ ਪਾਵੇਗਾ। ਮੈਂ ਆਪਣੇ ਕੋਲ ਤੇ ਕੁਛ ਨਹੀਂ ਕਿਹਾ, ਵਚਨ ਹੀ ਦੱਸਦਾ ਪਿਆ। ਤੇ ਫਿਰ ਗਵਾਹੀਆਂ ਕਾਹਦੀਆਂ? ਹਾਂਜੀ ਮੈਂ ਟੁੰਡਾ ਸੀ ਜੀ ਤੇ ਮੇਰੀ ਬਾਂਹ ਲੱਗ ਗਈ, ਆਓ ਜੀ ਗਵਾਹੀ ਦਿਓ ਜੀ। ਹਾਂਜੀ ਹੈ ਇੱਦਾਂ ਦਾ ਹੋਇਆ ਕਿ ਸੇਵਕ ਅੰਮ੍ਰਿਤਸਰ ਦੇ ਵਿੱਚ? ਅਗਰ ਅੱਜ ਤੱਕ ਪੰਜਾਬ ਦੇ ਵਿੱਚ ਉਹਦੇ ਨਾਲ ਕੋਈ ਸੇਵਕ ਨਹੀਂ ਹੋਇਆ। ਅੰਮ੍ਰਿਤਸਰ ਦੇ ਵਿੱਚ ਇੱਕ ਸੇਵਕ ਸੀਗਾ, ਚੰਗਿਆਈ ਦੇ ਮਾਮਲੇ 'ਚ ਰੱਬ ਨੇ ਉਹਨੂੰ ਐਡਾ ਜ਼ਬਰਦਸਤ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਜਿਨ੍ਹਾਂ ਦੀਆਂ ਬਾਹਾਂ ਟੁੰਡੇ ਬਚਪਨ ਤੋਂ ਜਨਮੇ ਟੁੰਡੇ ਸੀ ਨਾ, ਉਹਨਾਂ ਦੀਆਂ ਵੀ ਪਰਮੇਸ਼ਵਰ ਦੇ ਨਾਮ ਦੇ ਵਿੱਚ ਬਾਹਾਂ ਲੱਗੀਆਂ। ਓਡੇ ਮੌਜੂਦੇ ਅੱਜ ਤੱਕ ਪੰਜਾਬ ਵਿੱਚ ਕਿਸੇ ਕੋ ਵੀ ਮਿਨਿਸਟਰੀ ਵਿੱਚ ਸੇਵਕਾਈ ਦੇ ਵਿੱਚ ਨਹੀਂ ਜਿਹੜੇ ਉਹਦੇ 'ਚ ਹੋਏ ਸੀਗੇ। ਲੇਕਿਨ ਅਸੀਂ ਹੁਣ ਵਚਨ ਨੂੰ ਧੁੰਦੇ, ਅਸੀਂ ਇਹ ਨਹੀਂ ਕਹਿੰਦੇ ਵੀ ਇੱਦਾਂ ਹੋਣਾ ਮੁਸ਼ਕਿਲ। ਰੱਬ ਦੇ ਲਈ ਕੋਈ ਕੰਮ ਮੁਸ਼ਕਿਲ? ਰੱਬ ਚਾਹੇ ਤਾਂ ਮੁਰਦੇ 'ਚ ਸਾਹ ਪਾਉਣ ਦੀ ਕੁਦਰਤ ਰੱਖਦਾ, ਉਹਦੇ ਲਈ ਕੋਈ ਮੁਸ਼ਕਿਲ ਕੰਮ? ਜਿਹੜਾ ਮਿੱਟੀ ਦੇ ਪੁਤਲੇ ਨੂੰ ਬਣਾ ਕੇ ਉਹਦੀਆਂ ਨਾਸਾਂ 'ਚ ਸਾਹ ਪਾਵੇ ਤੇ ਜਿਉਂਦੀ ਜਾਨ ਹੋ ਸਕਦਾ, ਉਹਦੇ ਲਈ ਮੁਰਦੇ ਨੂੰ ਜਿਉਂਦਾ ਕਰਨਾ ਕੋਈ ਮੁਸ਼ਕਿਲ ਕੰਮ? ਅਸੀਂ ਇਹ ਨਹੀਂ ਕਹਿੰਦੇ ਵੀ ਮੌਜੂਦੇ ਜਾਂ ਚੰਬੇ ਨਹੀਂ ਹੁੰਦੇ, ਜਾਂ ਇਹ ਨਹੀਂ ਹੋਣੇ ਚਾਹੀਦੇ, ਜਾਂ ਇਹ ਗਲਤ ਆ, ਪਰ ਇਹ ਸਾਡਾ ਮੁੱਖ ਵਿਸ਼ਾ ਨਹੀਂ ਆ। ਇਸ ਚੀਜ਼ ਨੂੰ ਅਸੀਂ ਹਮੇਸ਼ਾ ਕੀ ਰੱਖਣਾ ਭਲਾ? ਇਹ ਸਾਡਾ ਮੁੱਖ ਵਿਸ਼ਾ ਨਹੀਂ। ਸਾਡਾ ਮੁੱਖ ਵਿਸ਼ਾ ਅਨੰਤ ਜੀਵਨ ਹੈ, ਜਿਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਦੁਨੀਆ ਦੀ ਸਭ ਤੋਂ ਖਤਰਨਾਕ ਕੁਰਬਾਨੀ ਦਿੱਤੀ। ਬੜੀਆਂ ਸ਼ਹਾਦਤਾਂ ਹੋਈਆਂ, ਬੜੀਆਂ ਹੋਣਗੀਆਂ, ਪਰ ਜੋ ਦੁੱਖ ਉਹ ਸਹਿ ਕੇ ਗਿਆ, ਨਾ ਉਸ ਤੋਂ ਪਹਿਲਾਂ ਸੰਸਾਰ 'ਚ ਕਿਸੇ ਨੇ ਸਹਿਆ ਤੇ ਨਾ ਉਸ ਤੋਂ ਬਾਅਦ ਕੋਈ ਸਹਿ ਸਕਦਾ। ਉਹਦੇ ਦੁੱਖਾਂ ਦੇ ਨਾਲ ਕਿਸੇ ਦੁੱਖ ਦੀ ਤੁਲਨਾ ਕੀਤੀ ਜਾ ਸਕਦੀ? ਉਹਦੀ ਕੁਰਬਾਨੀ ਨਾਲ ਵੀ ਕਿਸੇ ਕੁਰਬਾਨੀ ਦੀ ਤੁਲਨਾ ਕੀਤੀ ਜਾ ਸਕਦੀ? ਕਿਉਂਕਿ ਉਹ ਕੁਰਬਾਨੀ ਮਨੁੱਖ ਜਾਤੀ ਦੇ ਲਈ ਸੀ, ਬਾਕੀ ਇਹ ਧਰਮਾਂ ਮਜ਼ਹਬਾਂ ਦੇ ਲਈ ਲੱਖਾਂ ਕੁਰਬਾਨੀਆਂ ਹੋਈਆਂ ਹੋਣਗੀਆਂ। ਖਾਨਦਾਨਾਂ ਨੂੰ ਬਚਾਉਣ ਦੇ ਲਈ, ਮਜ਼ਹਬਾਂ ਨੂੰ ਬਚਾਉਣ ਲਈ, ਧਰਮਾਂ ਨੂੰ ਬਚਾਉਣ ਦੇ ਲਈ ਲੱਖਾਂ ਲੋਕ ਕੁਰਬਾਨ ਹੋਏ ਹੋਣਗੇ। ਲੇਕਿਨ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਸਿਰਫ ਸੰਸਾਰ ਦੇ ਵਿੱਚ ਇੱਕੋ ਕੁਰਬਾਨੀ ਹੋਈ ਹੈ, ਉਹਦਾ ਨਾਮ ਕੀ ਹੈ? ਪ੍ਰਭੂ ਯਿਸੂ ਮਸੀਹ ਹੈ। ਉਹਦੀ ਕੁਰਬਾਨੀ ਨਾਲ ਇਸੇ ਕਰਕੇ ਅਸੀਂ ਕਿਸੇ ਵੀ ਸ਼ਹੀਦ ਦੀ ਕੁਰਬਾਨੀ ਨੂੰ ਕਿਉਂ ਨਹੀਂ ਮਨਾਉਂਦੇ? ਅਸੀਂ ਵੀ ਤਾਂ ਮਨਾ ਸਕਦੇ ਨਾ। ਜਿੰਨੇ ਮਸੀਹ ਦੇ ਲਈ ਸ਼ਹੀਦ ਹੋਏ, ਅਸੀਂ ਵੀ ਤਾਂ ਉਹਨਾਂ ਦੀ ਕੁਰਬਾਨੀਆਂ ਨੂੰ ਮਨਾ ਸਕਦੇ ਨਾ, ਅਸੀਂ ਕਿਉਂ ਨਹੀਂ ਮਨਾਉਂਦੇ? ਔਰ ਮੈਂ ਕਈ ਵਾਰੀ ਦੱਸਦਾ ਨਾ ਵੀ ਛੋਟੀਆਂ ਕੌਮਾਂ ਦੀ ਤਾਂ ਉਨੀ ਗਿਣਤੀ ਨਹੀਂ ਗੀ, ਜਿਸ ਤੋਂ ਕਈ ਗੁਣਾ ਜ਼ਿਆਦਾ ਮਸੀਹੀ ਲੋਕ ਕੁਰਬਾਨ ਹੋ ਚੁੱਕੇ ਹੈ। ਯਾਨੀ ਕਿ ਗਿਣਤੀ ਕਰੀਏ ਤਾਂ ਗਿਣਤੀ ਪੂਰੀ ਨਹੀਂ ਹੁੰਦੀ। ਇੱਕ ਰਾਜੇ ਦੇ ਰਾਜਕਾਲ ਦੇ ਵਿੱਚ 2.5 ਕਰੋੜ ਮਸੀਹੀ ਲੋਕਾਂ ਨੂੰ ਮਾਰਿਆ ਗਿਆ, ਇੱਕ ਰਾਜੇ ਦੇ ਰਾਜਕਾਲ ਦੇ ਵਿੱਚ। ਔਰ ਤਸੀਹੇ ਇੰਨੇ ਕਿ ਮਤਲਬ ਉਹਨਾਂ ਦਾ ਬਖਾਨ ਹੀ ਨਹੀਂ ਕੀਤਾ ਜਾ ਸਕਦਾ। ਜਿਉਂਦਿਆਂ ਦੀਆਂ ਜਾਨਵਰਾਂ ਵਾਂਗੂ ਜਿੱਦਾਂ ਚਮੜੀ ਲਾਈ ਦੀ ਉੱਦਾਂ ਲਾ ਦਿੱਤੀ ਗਈ। ਲੱਤਾਂ ਤੋਂ ਫੜ ਕੇ ਘੋੜਿਆਂ ਦੇ ਨਾਲ 2 ਹਿੱਸੇ ਕਰ ਦਿੱਤੇ ਗਏ, ਚੀਰ ਦਿੱਤੇ ਗਏ। ਲੇਕਿਨ ਉਹਨਾਂ ਨੇ ਕੋਈ ਪਰਵਾਹ ਕੀਤੀ ਨਹੀਂ। ਕਿਉਂ ਭਲਾ? ਇਸ ਅਨੰਤ ਜੀਵਨ ਦੀ ਖਾਤਰ। ਅਸੀਂ ਹੁਣ ਗੱਲ ਕਰ ਰਹੇ ਹਾਂ ਇਸ ਟਾਈਮ ਵੀ ਹਜ਼ਾਰਾਂ ਮਸੀਹੀ ਲੋਕ ਮਾਰੇ ਜਾ ਰਹੇ ਆ ਸੰਸਾਰ ਦੇ ਵਿੱਚ। ਹੁਣ ਵੀ ਅਸੀਂ ਗੱਲ ਕਰ ਰਹੇ ਨਾ, ਸਾਡੇ ਗੱਲ ਕਰਦਿਆਂ ਇਸ ਟਾਈਮ ਹਜ਼ਾਰਾਂ ਮਸੀਹੀ ਲੋਕ ਮਾਰੇ ਜਾ ਰਹੇ ਸੰਸਾਰ ਦੇ ਵਿੱਚ। ਲੇਕਿਨ ਕਦੀ ਕਿਤੇ ਸੁਣਿਆ ਵੀ ਬਗਾਵਤ ਹੋਈ ਹੋਵੇ, ਮਸੀਹ ਮਾਰਿਆ ਤਾਂ ਅਸੀਂ ਵੀ 5 ਮਾਰ ਦਈਏ? ਕਿਉਂ ਭਲਾ? ਅਨੰਤ ਜੀਵਨ ਦੀ ਖਾਤਰ ਦੌੜ ਕੇ ਦੇ ਲਈ ਭਲਾ? ਅਨੰਤ ਜੀਵਨ ਦੀ ਖਾਤਰ। ਕਿਉਂ ਲੋਕੀ ਆਪਣੀ ਜਾਨ ਤੱਕ ਦੇ ਦਿੰਦੇ ਮਸੀਹ ਦੀ ਖਾਤਰ? ਪਤਾ ਆ ਲਿਖਿਆ ਜਿਹੜਾ ਇਸ ਜ਼ਿੰਦਗੀ ਨੂੰ ਗਵਾਵੇਗਾ ਉਹ ਉਸ ਜ਼ਿੰਦਗੀ ਨੂੰ ਪਾਵੇਗਾ। ਇਸ ਦੀ ਕੁਰਬਾਨੀ ਹੁੰਦੀ। ਲੋਕਾਂ ਨੇ ਕੀ ਤੌਮਤ ਲਾਈ ਆ? ਲਾਲਚ ਦੇ ਮਾਰੇ ਕ੍ਰਿਸਚਨ ਬਣ ਜਾਂਦੇ ਆ। ਜਿਹੜਾ ਲਾਲਚ ਨਾਲ ਕ੍ਰਿਸਚਨ ਬਣਿਆ ਉਹ ਮਸੀਹ ਦੇ ਲਈ ਮਰਨ ਲਈ ਤਿਆਰ ਹੋ ਜੂ? ਹਾਂਜੀ, ਜਿਹੜਾ ਲਾਲਚ ਦੇ ਕਰਕੇ ਮਸੀਹ ਦੇ ਵਿੱਚ ਆਇਆ ਹੋਵੇ ਉਹ ਆਪਣੀ ਜਾਨ ਦੇ ਦੂਗਾ? ਨਹੀਂ ਦੇ ਸਕਦਾ ਨਾ। ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀਤਾ ਨਾ ਤਾਨਾਸ਼ਾਹ ਨੇ। ਨਾਰਥ ਕੋਰੀਆ ਦੇ ਤਾਨਾਸ਼ਾਹ ਨੇ ਇੱਕ ਪੂਰੇ ਪਰਿਵਾਰ ਨੂੰ ਲਿਆ ਕੇ, ਆ ਹੁਣ ਦੀ ਗੱਲ ਆ 2.5 ਸਾਲ ਪਹਿਲਾਂ ਦੀ, ਰੋਡ ਦੇ ਉੱਤੇ ਲਟਾਇਆ। ਕਹਿੰਦਾ ਕਰੋ ਮਸੀਹ ਦਾ ਇਨਕਾਰ। ਕਹਿੰਦੇ ਮੁਸ਼ਕਿਲ ਆ। ਬੁਲਡੋਜ਼ਰ ਲਿਆਂਦਾ, ਲੁੱਕ ਤੇ ਚਲਾਉਣ ਵਾਲਾ ਬੁਲਡੋਜ਼ਰ ਲਿਆਂਦਾ, ਪੂਰੇ ਪਰਿਵਾਰ ਦੇ ਉੱਤੋਂ ਦੀ ਚੜਾ ਦਿੱਤਾ। ਇਹ ਜਿਹੜਾ ਲਾਲਚ ਦਾ ਮਾਰਾ ਆਇਆ ਉਹ ਇਦਾਂ ਮਰ ਜੂ?
ਪੰਜਾਬ ਦੇ ਵਿੱਚ ਹਜ਼ਾਰਾਂ ਘਰਾਣੇ ਐਸੇ ਆ ਜਿਨ੍ਹਾਂ ਕੋਲ 2 ਵਕਤ ਦੀ ਰੋਟੀ ਨਹੀਂ ਮਿਲਦੀ। ਪੰਜਾਬ ਦੇ ਵਿੱਚ ਹਜ਼ਾਰਾਂ ਘਰਾਣੇ ਮਸੀਹ ਨੂੰ ਮੰਨਣ ਵਾਲੇ ਐਸੇ ਆ ਜਿਨ੍ਹਾਂ ਦੇ ਘਰ 'ਚ 2 ਵਕਤ ਦੀ ਰੋਟੀ ਨਹੀਂ ਆ। ਤੇ ਜੇ ਲਾਲਚ ਦੇ ਮਾਰੇ ਆਏ ਹੁੰਦੇ ਤੇ ਛੱਡ ਕੇ ਮਸੀਹ ਨੂੰ ਤੇ ਜਾਂਦੇ ਨਾ ਗੁਰਦੁਆਰੇ, ਮੰਦਰ ਨਾ ਚਲ ਜਾਂਦੇ, ਮਸਜਿਦ ਨਾ ਚਲ ਜਾਂਦੇ। ਤੇ ਜੇ ਲਾਲਚ ਦੇ ਮਾਰੇ ਆਏ ਆ ਕੋਈ 5-7-10 ਹਜ਼ਾਰ ਰੁਪਏ ਦੇ ਲਾਲਚ ਦੇ ਕੇ ਜੇ ਮਸੀਹ ਬਣ ਗਏ ਸੀ, ਉਹਨਾਂ ਨੂੰ 10 ਕਰੋੜ ਰੁਪਇਆ ਦੇ ਕੇ ਬਣਾਓ ਤੇ ਭਲਾ ਹੁਣ ਦੁਬਾਰਾ ਤੁਸੀਂ ਆਪਣੇ ਮਸਜਿਦ 'ਚ ਲਿਆਓ ਤੇ ਜੇ ਨਹੀਂ ਆਉਂਦੇ ਤੇ ਫਿਰ ਕਿੱਦਾਂ ਕਹਿੰਦੇ ਉਹ ਲਾਲਚ ਦੇ ਕੇ ਲਿਆਂਦੇ। ਇਹਦਾ ਮਤਲਬ ਦੋਸ਼ ਕੋਈ ਹੈ ਨਹੀਂ ਤੇ ਫਿਰ ਇਹ ਲਾ ਲਓ। ਤੇ ਅੱਜ ਤੱਕ ਭਾਰਤ ਦੀ ਕੋਈ ਅਦਾਲਤ ਇਹ ਸਿੱਧ ਨਹੀਂ ਕਰ ਸਕੀ ਕਿ ਕਿਸੇ ਨੂੰ ਲਾਲਚ ਦੇ ਕੇ ਕ੍ਰਿਸਚਨ, ਅੱਜ ਤੱਕ ਬੜੇ ਕੇਸ ਹੋਏ, ਬੜੇ ਐਫਆਈਆਰ ਦਰਜ ਹੋਈਆਂ, ਬੜਾ ਕੁਝ ਹੋਇਆ, ਲੇਕਿਨ ਅੱਜ ਤੱਕ ਇਹ ਬੇਬੁਨਿਆਦ ਦੋਸ਼ ਕਦੇ ਸਾਬਤ ਹੋ ਸਕਿਆ। ਕਿਉਂ ਨਹੀਂ? ਇਸੇ ਲਈ ਕਿਉਂਕਿ ਜਿਹੜਾ ਮਸੀਹ ਦੇ ਲਈ ਮਰ ਸਕਦਾ ਆ ਉਹਨੂੰ ਤੁਸੀਂ ਲਾਲਚੀ ਕਹਿ ਸਕਦੇ? ਉਹਨੂੰ ਲਾਲਚੀ ਕਹਿ ਸਕਦੇ? ਤੁਹਾਨੂੰ ਪਤਾ ਨਾ ਇਤਿਹਾਸ ਕੀ ਕਹਿੰਦਾ ਆ? ਔਰੰਗਜ਼ੇਬ ਨੇ ਜ਼ੁਲਮ ਕੀਤੇ, ਕਹਿੰਦੇ ਮਨ ਪੱਕਾ, ਮਤਲਬ ਜਨਊ ਲਾਇਆ ਜਾਂਦਾ ਸੀ ਪੰਡਤਾਂ ਦਾ ਹਰ ਦਿਨ। ਉਹਦਾ ਦੂਜਾ ਮਤਲਬ ਪਤਾ ਕੀ ਹੈ? ਇੰਨੇ ਜਨਊ ਲੱਥਾਂ ਮਰੇ, ਇੰਨੇ ਲੋਕ ਤਲਵਾਰ ਦੀ ਧਾਰ ਦੇ ਨਾਲ ਜਾਂ ਤੇ ਮਾਰ ਦਿੱਤੇ ਜਾਂਦੇ ਸੀ ਤੇ ਜਾਂ ਫਿਰ ਬਾਹਮਣਾਂ ਤੋਂ ਮੁਗਲ ਮੁਸਲਮਾਨ ਉਹਨਾਂ ਨੂੰ ਬਣਾਉਂਦੇ ਸੀ। ਮੌਤ ਦੇ ਖੌਫ 'ਚ ਬਣੇ ਕਿ ਨਹੀਂ ਬਣੇ? ਭਾਰਤ ਦੇ ਵਿੱਚ, ਏਸ਼ੀਆ ਦੇ ਵਿੱਚ ਜਿੰਨਾ ਮੁਸਲਮਾਨ ਅੱਜ ਤੁਸੀਂ ਦੇਖਦੇ ਹੋ, ਮੁਸਲਮਾਨ ਥੋੜ੍ਹੀ ਹੈ। ਇਹਨਾਂ ਦੀ ਬੈਕਗਰਾਊਂਡ ਕੀ ਹੈ ਭਲਾ? ਇਹ ਸਾਰੇ ਭਾਰਤ ਦੇ ਨਾਗਰਿਕ ਆ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਕੌਣ ਸੀ ਭਲਾ? ਉਹ ਬ੍ਰਾਹਮਣ ਸੀ। ਬਹੁ ਗਿਣਤੀ ਮੁਸਲਮਾਨ ਬਣੇ ਹੋਏ ਕੌਣ ਸੀ ਭਲਾ? ਬ੍ਰਾਹਮਣ ਸੀ, ਜਿਹਨਾਂ ਤਲਵਾਰ ਦੀ ਧਾਰ ਦੇ ਨਾਲ, ਮੌਤ ਦੇ ਡਰ ਤੋਂ ਕੀ ਬਣੇ ਭਲਾ? ਮੁਸਲਮਾਨ ਬਣੇ। ਉਹ ਸੀ ਡਰ। ਤੇ ਵਾਪਸ ਫਿਰ ਕਿਉਂ ਨਹੀਂ ਆਏ? ਜਦੋਂ ਮੁਸਲਮਾਨਾਂ ਦੀ ਤਲਵਾਰ ਹਟ ਗਈ ਤੇ ਫਿਰ ਤੇ ਮਜ਼ਹਬ ਵਿੱਚ ਵਾਪਸ ਆਉਣਾ ਚਾਹੀਦਾ ਸੀ, ਤੇ ਵਾਪਸ ਫਿਰ ਕਿਉਂ ਨਹੀਂ ਆਏ? ਉਹਨਾਂ ਨੂੰ ਉਹ ਮਜ਼ਹਬ ਕੱਲ੍ਹ ਹੀ ਚੰਗਾ ਲੱਗਣ ਲੱਗ ਪਿਆ। ਇਹਦਾ ਮਤਲਬ ਆਪਣੀ ਕਿਤੇ ਨਾ ਕਿਤੇ ਕੋਈ ਖਾਮੀ ਹੈ ਤੇ ਆਪਣੀਆਂ ਖਾਮੀਆਂ ਦੂਜਿਆਂ ਤੇ ਕੱਲ੍ਹ ਹੀ ਪਾਉਂਦੇ ਹੋ। ਫਿਰ ਜੇ ਮੌਤ ਦੇ ਖੌਫ ਤੋਂ ਚਲੇ ਗਏ ਸੀਗੇ ਤੇ ਅੰਗਰੇਜ਼ ਆਏ ਤੇ ਉਹਨਾਂ ਨੇ ਮੁਗਲ ਰਾਜ ਖਤਮ ਕਰ ਦਿੱਤਾ ਤੇ ਫਿਰ ਤੇ ਵਾਪਸ ਆ ਜਾਣਾ ਚਾਹੀਦਾ ਸੀ, ਤੇ ਪਰ ਵਾਪਸ ਆਏ ਨਹੀਂ। ਇਹਦਾ ਮਤਲਬ ਫਿਰ ਉਹਨਾਂ ਨੂੰ ਜਾਂ ਤੇ ਉਹ ਮਜ਼ਹਬ ਆਪਣੇ ਪੁਰਾਣੇ ਮਜ਼ਹਬ ਦੇ ਨਾਲੋਂ ਫਿਰ ਚੰਗਾ ਲੱਗਾ, ਤੇ ਜੇ ਚੰਗਾ ਲੱਗਾ ਤੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਜ਼ਬਰਦਸਤੀ ਬਣਾਇਆ। ਫਿਰ ਜਿਹਨੂੰ ਜਿਹੜਾ ਚੰਗਾ ਲੱਗਦਾ, ਹਰ ਬੰਦੇ ਦੀ ਮਰਜ਼ੀ ਹੈ। ਕੌਣ ਕਿਸੇ ਦੇ ਉੱਤੇ ਇਹ ਪਾਬੰਦੀ ਲਾ ਸਕਦਾ ਕਿ ਤੂੰ ਕਿਹਨੂੰ ਮੰਨਣਾ ਤੇ ਕਿਹਨੂੰ? ਇਹ ਤਾਂ ਮੇਰੀ ਮਰਜ਼ੀ ਨਾ, ਮੈਂ ਕਿਹਨੂੰ ਮੰਨਣਾ ਹੈ ਤੇ ਕਿਹਨੂੰ, ਮੇਰੇ ਤੇ ਕੋਈ ਰੋਕ ਟੋਕ ਨਹੀਂ ਹੈ। ਸੋ ਜਿਹੜਾ ਬੰਦਾ ਜਾਨ ਦੇਣ ਤੱਕ ਯਿਸੂ ਮਸੀਹ ਦਾ ਇਨਕਾਰ ਨਹੀਂ ਕਰਦਾ, ਉਹਨੂੰ ਫਿਰ ਤੁਸੀਂ ਲਾਲਚ ਦੇ ਕੇ ਬਣਾਇਆ ਗਿਆ ਮਸੀਹੀ ਕਹਿ ਸਕਦੇ? ਉਹ ਫਿਰ ਸੱਚਮੁੱਚ ਦਿਲੋਂ ਯਿਸੂ ਮਸੀਹ ਦੇ ਕੋਲ ਆਇਆ। ਕਿਉਂ ਆਇਆ ਭਲਾ? ਉਹਨੂੰ ਪਤਾ ਲੱਗ ਗਿਆ ਇੱਥੇ ਜਾਤ ਪਾਤ ਦਾ ਭੇਦ ਭਾਵ। ਹੁਣ ਕੁਛ ਫਿਰ ਸਾਡੇ ਵਿੱਚ ਵੀ ਆ ਗਏ ਇੱਦਾਂ ਦੇ, ਪਿਛਲੇ ਕੁਛ ਸਾਲਾਂ ਤੋਂ। ਨਹੀਂ ਤੇ ਮਸੀਹਤ ਵਿੱਚ ਇਹ ਨਹੀਂ ਕਿਹਾ ਜਾਂਦਾ ਸੀ ਆਹ ਜੱਟ ਮਸੀਹੀ, ਆਹ ਬਾਹਮਣ ਮਸੀਹੀ, ਆਹ ਸ਼ਡੂਲ ਕਾਸਟ ਮਸੀਹੀ, ਆਹ ਤਰਖਾਣ ਮਸੀਹੀ, ਆਹ ਬਾਹਮਣ ਮਸੀਹੀ। ਜਿਹੜਾ ਮਸੀਹ ਦੇ ਵਿੱਚ ਆ ਗਿਆ ਉਹ ਕੀ ਹੈ ਭਲਾ? ਉਹ ਮਸੀਹ ਹੈ ਬਸ। ਤੇ ਉਹ ਮਸੀਹ ਭਾਵੇਂ ਮਰਾਸੀ ਹੋਵੇ, ਉੱਥੇ ਸ਼ਾਦੀਆਂ ਹੁੰਦੀਆਂ, ਉੱਥੇ ਇਹ ਨਹੀਂ ਕਿਹਾ ਜਾਂਦਾ ਆਹ ਸ਼ਡੂਲ ਕਾਸਟ ਮਸੀਹ ਹੈ ਤੇ ਹੁਣ ਮੈਂ ਤੇ ਬਾਹਮਣ ਮਸੀਹ ਹਾਂ ਤੇ ਮੈਂ ਆਪਣੀ ਕੁੜੀ ਦੀ ਸ਼ਾਦੀ ਹੁਣ ਇਸ ਮਸੀਹ ਦੇ ਨਾਲ ਨਹੀਂ ਕਰਨੀ, ਕਿਉਂਕਿ ਇਹ ਕਿਹੜਾ ਮਸੀਹ ਹੈ? ਲੇਕਿਨ ਬਾਕੀਆਂ ਵਿੱਚ ਕੀ ਹੈ? ਇਹ ਕੌਣ ਜੀ? ਰਮਾਦਾਸੀਆ ਮਸੀਹ। ਇਹ ਕੌਣ ਜੀ? ਰਵਿਦਾਸੀਆ ਮਸੀਹ। ਇਹ ਕੌਣ ਜੀ? ਮਜ਼੍ਹਬੀ ਸਿੱਖ ਜੀ। ਆਹ ਕੌਣ ਜੀ? ਆ ਫਲਾਨਾ ਜੀ। ਆਹ ਕੌਣ ਜੀ? ਢਮਕਾਨਾ ਜੀ। ਜਦੋਂ ਤੁਸੀਂ ਲੈ ਹੀ ਆਂਦਾ ਤੇ ਫਿਰ ਇਹ ਕੋਡ ਨੂੰ ਹਟਾਓ ਨਾ ਫਿਰ। ਤੇ ਹਟਾਇਆ ਕਿਉਂ ਨਹੀਂ? ਇਹਦਾ ਮਤਲਬ ਪਾਪ ਕੀ ਕਰਦਾ ਪਿਆ? ਰਾਜ ਕਰਦਾ ਪਿਆ। ਤੇ ਪਾਪ ਤੁਹਾਨੂੰ ਅਨੰਤ ਜੀਵਨ ਦੇ ਵਿੱਚ ਕਦੇ ਵੀ ਦਾਖਲ ਹੋਣ ਦੇਵੇਗਾ ਨਹੀਂ। ਉਹ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ ਜ਼ਿੰਦਗੀ ਭਰ ਕੀ ਕਰਕੇ ਰੱਖਦਾ ਭਲਾ? ਉਲਝਾ ਕੇ ਰੱਖਦਾ। ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਨਿਕਲ ਆਊਗਾ ਉਹ ਹੀ ਅਨੰਤ ਜੀਵਨ ਦਾ ਕੀ ਹੋਵੇਗਾ ਭਲਾ? ਅਧਿਕਾਰੀ ਹੋਵੇਗਾ। ਤੇ ਇੱਥੇ ਸਾਫ਼ ਅਸੀਂ ਪੜ੍ਹਿਆ, यदि हम इसी जीवन पर आशा लगाए हुए हैं तो इस दुनिया के सबसे बदनसीब लोगों में से हैं। तो फिर ਇਹਦਾ ਮਤਲਬ ਆ ਵੀ ਅਸੀਂ ਬਦਨਸੀਬੀ ਤੋਂ ਨਿਕਲੀਏ। ਤੇ ਇਹਦਾ ਉਲਟ ਕੀ ਹੋ ਗਿਆ? ਫਿਰ ਜਿਹੜਾ ਇਸ ਜ਼ਿੰਦਗੀ ਦੇ ਉੱਤੇ ਉਮੀਦ ਲਾ ਕੇ ਬੈਠਾ ਆ ਉਹ ਫਿਰ ਕੀ ਆ? ਦੁਨੀਆ ਦਾ ਬਦਨਸੀਬ। ਤੇ ਜਿਹੜਾ ਉਸ ਜ਼ਿੰਦਗੀ ਉੱਤੇ ਉਮੀਦ ਲਾ ਕੇ ਰੱਖਿਆ ਬੈਠਾ ਉਹ ਫਿਰ ਦੁਨੀਆ ਦਾ ਸਭ ਤੋਂ ਕੀ ਆ? ਖੁਸ਼ ਨਸੀਬ। ਤੇ ਅਸੀਂ ਫਿਰ ਉਸ ਖੁਸ਼ ਨਸੀਬੀ ਦੇ ਵਿੱਚ ਆਪਣੇ ਆਪ ਨੂੰ ਸਮਝੀਏ ਇੱਕ ਸ਼ਖਸ ਮਨੁੱਖ ਦੇ ਰੂਪ ਦੇ ਵਿੱਚ ਆਇਆ ਆਪਣੀ ਸਵਰਗੀ ਮਹਿਮਾ ਨੂੰ ਛੱਡ ਕੇ।
ਇੱਕ ਆਮ ਮਨੁੱਖ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ 33.5 ਸਾਲ ਰਿਹਾ। ਇੱਕ ਆਮ ਮਨੁੱਖ ਦੀ ਤਰ੍ਹਾਂ ਉਹ ਇਸ ਸੰਸਾਰ ਦੇ ਵਿੱਚ ਚੱਲਿਆ ਔਰ ਉਹਨੇ ਆਗਿਆਕਾਰੀ ਦਾ ਐਸਾ ਨਮੂਨਾ ਪੇਸ਼ ਕੀਤਾ ਕਿ ਜੇ ਉਹ ਗੁਰੂ ਕਹਾਇਆ, ਜੇ ਉਹ ਪ੍ਰਭੂ ਕਹਾਇਆ, ਤੇ ਸਭ ਤੋਂ ਪਹਿਲਾਂ ਉਹਨੇ ਚੇਲਾ ਬਣ ਕੇ ਦਿਖਾਇਆ। ਹਾਲੇਲੂਇਆ। ਇਸ ਲਈ ਉਹੀ ਫਿਰ ਛਾਤੀ ਠੋਕ ਕੇ ਕਹਿੰਦਾ ਤੁਸੀਂ ਮੈਨੂੰ ਗੁਰੂ ਤੇ ਤੁਸੀਂ ਮੈਨੂੰ ਪ੍ਰਭੂ ਕਹਿੰਦੇ ਹੋ, ਠੀਕ ਕਹਿੰਦੇ ਹੋ, ਕਿਉਂ ਜੋ ਮੈਂ ਦੁਨੀਆ ਵਿੱਚ ਕਿਸੇ ਨੇ ਨਹੀਂ, ਪੀਰ ਪੈਗੰਬਰ ਨੇ ਇੰਨੀ ਜੁਰਤ ਕੀਤੀ ਜਿਹੜਾ ਇਹ ਸ਼ਬਦ ਕਹਿ ਸਕੇ ਕਿ ਮੈਂ ਹਾਂ। ਇਹ ਸਿਰਫ ਪ੍ਰਭੂ ਯਿਸੂ ਮਸੀਹ ਕਹਿ ਕੇ ਗਿਆ, ਤੁਸੀਂ ਮੈਨੂੰ ਗੁਰੂ ਤੇ ਪ੍ਰਭੂ ਕਹਿੰਦੇ ਹੋ, ਠੀਕ ਕਹਿੰਦੇ ਹੋ, ਕਿਉਂ ਜੋ ਮੈਂ ਹਾਂ।